ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ। ਹੈ ਵੀ ਸਚ ਨਾਨਕ ਹੋਸੀ ਵੀ ਸਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਕੈ ਪ੍ਰਿਥਿਆ ਲਖਹਿ ਮਨ। ਇਹ ਭੋਰੋ ਮਤ ਨਾਹੇ। ਆਲਸ ਕੀ ਲਾਲਸ ਜਿਸੇ ਰਹਿ ਬੈਠ ਕਰ ਮਾਹੇ।
ਸੁਨ ਕੈ ਪ੍ਰਿਥਿਆ ਲਖਹਿ ਮਨ, ਇਹ ਭੋਰੋ ਮਤ ਨਾਹੀ। ਆਲਸ ਕੀ ਲਾਲਸ ਜਿਸੇ, ਰਹਿ ਬੈਠ ਕਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਦਇਆ ਮਿਹਰਾਮਤਾਂ ਦਾ ਸਾਗਰ, ਕਰੁਣਾ ਨਿਦਾਨ। ਇਹ ਚਲ ਚੌਰ ਛਤਰ ਤਖਤ ਕੇ ਮਾਲਕ, ਸਾਹਿਬ ਕਮਾਲ ਸ਼ਬਦ ਅਵਤਾਰ, ਤਨ ਤਨ ਸਾਹਿਬ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਪਾਵਨ ਦਰ ਘਰ ਸਤਿਗੁਰਾਂ ਦੇ ਦਰਬਾਰ ਅੰਦਰ ਪਿਛਲੇ ਸਮੇਂ ਤੋਂ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਰੂਪ ਅੰਦਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਗਾਥਾ ਆਪ ਸਰਬੱਤ ਸੰਗਤ ਨਿਤਾ ਪ੍ਰਤੀ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਦੇ ਡੋਰ ਨਾਲ ਬੰਨੇ ਹੋਏ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਗਰੀਬ ਨਵਾਜ ਦੀ ਪਾਵਨ ਪਵਿੱਤਰ ਸਤਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਦੇ ਹੋ। ਜਥਾ ਪ੍ਰਸੰਗ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਪਿਛਲੇ ਦੀ ਬਾਣ ਵਿੱਚ ਆਪਾਂ ਪੜ੍ਹਿਆ ਸੁਣਿਆ ਵਿਚਾਰਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ 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 ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਦੀ ਮੂਰਤ, ਕਿਰਪਾ ਦੇ ਖਜ਼ਾਨੇ, ਸਭ ਸੰਸਾਰ ਜਿਨ੍ਹਾਂ ਦੇ ਚਰਨੀ ਟੁਕਦਾ ਹੈ, ਸਭ ਸੰਸਾਰ ਜਿਨ੍ਹਾਂ ਤੋਂ ਸੁੱਖ ਦੀ ਇੱਛਾ ਰੱਖ ਕੇ ਦਰਸ਼ਨ ਦੀਦਾਰ ਕਰਕੇ ਆਪਣੇ ਵੱਡੇ ਭਾਗ ਜਾਣਦਾ, ਉੱਥੇ ਹੀ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਹਜ਼ੂਰ ਨਾਲ ਬਹੁਤ ਈਰਖਾ ਕਰਦੇ ਹੈ। ਈਰਖਾ ਦੇ ਕਾਰਨ ਹੀ ਇਹਨਾਂ ਨੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਬੜੀਆਂ ਤਰਕੀਬਾਂ ਬਣਾਈਆਂ, ਜਿਹੜੀਆਂ ਉਗੜ ਕੇ ਸਾਰੀ ਸੰਗਤ ਦੇ ਸਾਹਮਣੇ ਆ ਚੁੱਕੀਆਂ ਸਨ। ਜਿਵੇਂ ਪਿੱਛੇ ਆਪਾਂ ਸੁਣਿਆ ਬ੍ਰਾਹਮਣ ਦਾ ਪ੍ਰਸੰਗ, ਉਹ ਸਾਰੇ ਹਾਲਾਤਾਂ ਤੋਂ ਸੰਗਤ ਜਾਣੂ ਹੋ ਗਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਿਥੀ ਚੰਦ ਨੂੰ ਸੱਦ ਕੇ ਤੇ ਆਖਿਆ ਵੀ ਤੁਸਾਂ ਚੰਗਾ ਨਹੀਂ ਕੀਤਾ, ਜੇ ਕੋਈ ਵੈਰ ਭਾਵਨਾ ਹੈ ਸੀ ਸਾਡੇ ਨਾਲ ਕਰੋ, ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਗੁਰੂ ਰਾਮਦਾਸ ਮਹਾਰਾਜ ਦੇ ਕੁਲ ਦੇ ਵੱਡੇ ਸਾਹਿਬਜ਼ਾਦੇ ਹੋ ਕੇ ਤੇ ਤੁਸੀਂ 5 ਸਾਲ ਦੇ ਬੱਚੇ ਨਾਲ ਈਰਖਾ ਕਰੋ, ਉਹਨੂੰ ਜ਼ਹਿਰ ਦੇਣ ਦੀ ਮਾਰਨ ਦੀਆਂ ਕੋਸ਼ਿਸ਼ਾਂ ਕਰੋ। ਜਦੋਂ ਮਹਾਰਾਜ ਨੇ ਆਖਿਆ ਤੇ ਜਿਹੜਾ ਖਾਲੀ ਭਾਂਡਾ ਉਹ ਜ਼ਿਆਦਾ ਖੜਕਦਾ ਹੈ ਤਾਂ ਝੂਠਾ, ਪਰ ਉਲਟਾ ਮਹਾਰਾਜ ਨੂੰ ਦੋਸ਼ ਦੇਣ ਲੱਗਿਆ ਵੀ ਤੁਸੀਂ ਆਪਦੀ ਪ੍ਰਸਿੱਧੀ ਕਾਰਨ ਸਾਰਾ ਕੁਝ ਕਰਵਾ ਰਹੇ ਹੋ, ਮੇਰਾ ਨਾਂ ਲਾਉਂਦੇ ਹੋ। ਇਸ ਤਰ੍ਹਾਂ ਮਹਾਰਾਜ ਨੂੰ ਭੱਦੀ ਸ਼ਬਦਾਵਲੀ ਗਾਲੀ ਗਲੋਚ ਕੀਤਾ। ਜਿਹੋ ਜਿਹਾ ਅੰਦਰ ਹੈ ਸੀ ਉਹੋ ਜਿਹਾ ਰਸਨਾ ਰਾਹੀਂ ਬਾਹਰ ਕੱਢ ਦਿੱਤਾ। ਫਿਰ ਵਿਚਾਰਿਆ ਵੀ ਇੱਥੋਂ ਮੈਂ ਦਿੱਲੀ ਚਲਾ ਜਾਵਾਂ, ਕਿਉਂਕਿ ਹੁਣ ਸੰਗਤ ਨੂੰ ਪਤਾ ਲੱਗ ਚੁੱਕਾ ਹੈ ਮੇਰਾ ਅਸਲੀ ਚਿਹਰਾ। ਇਹ ਨਾ ਹੋਵੇ ਸੰਗਤ ਮੇਰੇ ਘਰ ਵਿੱਚ ਆ ਕਰਕੇ
ਤੇ ਕੋਈ ਹੋਰ ਦੀ ਹੋਰ ਹੀ ਹੋ ਜਾਵੇ, ਘਰ ਲੁੱਟਿਆ ਜਾਵੇ ਜਾਂ ਕੋਈ ਅਨਰਥ ਹੋਵੇ। ਵਿਚਾਰ ਕੇ ਪਰਿਵਾਰ ਨੂੰ ਤਿਆਰ ਕੀਤਾ। ਆਪਣੇ ਪੁੱਤਰ ਤੇ ਪਤਨੀ ਸਮੇਤ ਗੱਡਿਆਂ ਤੇ ਸਮਾਨ ਲੱਦ ਕੇ ਤੇ ਪ੍ਰਿਥੀ ਚੰਦ ਦਿੱਲੀ ਨੂੰ ਚੜ੍ਹ ਚੱਲਿਆ। ਸਾਰੇ ਅੰਮ੍ਰਿਤਸਰ ਸਾਹਿਬ ਵਿੱਚ ਰੌਲਾ ਪੈ ਗਿਆ ਵੀ ਪ੍ਰਿਥੀ ਚੰਦ ਐਡਾ ਵੱਡਾ ਪਾਪ ਕਰਕੇ ਹੁਣ ਜਦੋਂ ਪੜਦਾ ਉਗੜ ਗਿਆ ਤੇ ਸ਼ਰਮ ਦਾ ਮਾਰਾ ਹੁਣ ਦਿੱਲੀ ਨੂੰ ਨੱਸ ਚੱਲਿਆ। ਬਾਬਾ ਮਹਾਦੇਵ ਜੀ ਨੂੰ ਪਤਾ ਲੱਗਿਆ ਤੇ ਵਿਚਾਰ ਕੀਤੀ ਵੀ ਆਪਸ ਵਿੱਚ ਭਾਈਆਂ ਦੀ ਬਣੀ ਰਵੇ, ਵਿਗੜੇ ਨਾ। ਇਹ ਵਿਚਾਰ ਜਾ ਕਰਕੇ ਬਾਬਾ ਮਹਾਦੇਵ ਜੀ ਗਏ ਹੈ ਪ੍ਰਿਥੀ ਚੰਦ ਨੂੰ ਸਮਝਾਉਣ ਵਾਸਤੇ। ਜਾਂਦਿਆਂ ਨੂੰ ਪ੍ਰਿਥੀ ਚੰਦ ਦੇ ਘਰ ਵਿੱਚ ਬੜੀਆਂ ਸੰਗਤਾਂ, ਸ਼ਹਿਰ ਦੇ ਲੋਕ ਵੇਖ ਰਹੇ। ਕੁਝ ਗਲੀ ਭਰੀ ਪਈ ਪ੍ਰਿਥੀ ਚੰਦ ਦੇ ਘਰ ਵਾਲੀ ਕੋਈ ਇਹਦੇ ਦਰਵਾਜ਼ੇ 'ਚ ਖੜਾ ਹੈ। ਬਾਬਾ ਮਹਾਦੇਵ ਜੀ ਜਾ ਕੇ ਇਹਨਾਂ ਦੇ ਗੋਡੀ ਹੱਥ ਲਾਇਆ ਵੀ ਚਲੋ ਵੱਡੇ ਹੈ, ਸਤਿਕਾਰ ਕੀਤਾ। ਆਖਿਆ ਵੀ ਭਰਾਤਾ ਸਮਾਨ ਐ ਬੰਨੀ ਜਾਂਦੇ ਹੋ ਵੀ ਜਿਵੇਂ ਮੁੜ ਕੇ ਅੰਮ੍ਰਿਤਸਰ ਸਾਹਿਬ ਆਉਣਾ ਹੀ ਨਹੀਂ, ਕਿੱਧਰ ਚੱਲੇ ਹੋ? ਆਖਿਆ ਮਹਾਦੇਵ ਮੈਂ ਦਿੱਲੀ ਚੱਲਿਆ। ਉੱਥੇ ਜਾ ਕੇ ਕੀ ਕਰੋਗੇ? ਕਹਿੰਦੇ ਜਿਹੜੇ ਮੇਰੇ ਛੋਟੇ ਭਰਾ ਮੇਰਾ ਹੱਕ ਦੱਬ ਕੇ ਬਹਿ ਗਏ ਆ ਦੁਸ਼ਮਣ ਬਣ ਕੇ, ਮੈਂ ਉਹ ਹੱਕ ਲੈਣਾ। ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਮੈਂ ਫਰਿਆਦੀ ਹੋਵਾਂਗਾ। ਅਰਜਨ ਦੇਵ ਤੇ ਇਹਨਾਂ ਦੇ ਪਰਿਵਾਰ ਨੂੰ ਦਿੱਲੀ ਮੰਗਵਾਵਾਂਗਾ, ਉੱਥੇ ਤਸੀਹੇ ਦਵਾਵਾਂਗਾ। ਜਦੋਂ ਦੁੱਖ ਪਿਆ, ਕੈਦ ਹੋਈ ਤੇ ਆਪੇ ਸਾਰਾ ਕੁਝ ਮੈਨੂੰ ਚੁੱਕ ਕੇ ਦੇ ਦੇਣਗੇ। ਇਸ ਤਰ੍ਹਾਂ ਦੀ ਗੱਲ ਜੀ ਸੁਣ ਕੇ ਫਿਰ ਬਾਬਾ ਮਹਾਦੇਵ ਜੀ ਸਮਝਾਉਂਦੇ ਆ ਵੀ ਇਹ ਕੰਮ ਚੰਗਾ ਥੋੜ੍ਹੂ ਹੈ, ਵੀ ਅਸੀਂ ਤੁਹਾਨੂੰ ਇਹੀ ਕਹਿੰਦੇ ਵੀ ਤੁਹਾਡੀ ਵੀ ਸੋਭਾ ਇਸੇ ਵਿੱਚ ਹੀ ਆ ਵੀ ਤੁਸੀਂ ਇਹ ਕੰਮ ਨਾ ਕਰੋ। ਵੀ ਸਾਰਾ ਸੰਸਾਰ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਨੂੰ ਝੁਕਦਾ ਹੈ ਤੇ ਇਹ ਮੇਰੇ ਭਰਾ ਪ੍ਰਿਥੀ ਚੰਦ ਵੀ ਤੂੰ ਕਿਹੜੇ ਪਾਸੇ ਹੋ ਤੁਰਿਆ? ਜਦੋਂ ਅਕਬਰ ਵਾਹਿਗੁਰੂ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਮੁਕੱਦਮਾ ਕਰੇਗਾ ਆਪਦੇ ਛੋਟੇ ਭਰਾ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਤੇ ਵਾਹਵਾ ਲੱਗੇਗਾ, ਕੀ ਸੋਭਾ ਰਹੂ ਤੇਰੀ ਸੰਸਾਰ ਵਿੱਚ? ਕਿਉਂ ਨਿੰਦਾ ਅੱਗੇ ਤੇਰੀ ਬੜੀ ਹੋਈ ਹੈ ਤੇ ਕਲੰਕ ਨਾ ਖੱਟ। ਬਾਕੀ ਜਦੋਂ ਮੁਕੱਦਮਾ ਕਰੇਗਾ ਇਹਨਾਂ ਵਿੱਚ ਕੀ ਪਿਆ ਹੋਇਆ? ਝਗੜਾ, ਕਲੇਸ਼, ਐਵੇਂ ਦੁਖੀ ਹੋਏਗਾ। ਨਾਲੇ ਬਗਾਨੇ ਭਾਵ ਤੁਰਕਾਂ ਦੇ ਅੱਗੇ ਤੈਨੂੰ ਝੁਕਣਾ ਪੈਣਾ ਵੀ ਐਡਾ ਵੱਡਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਤੂੰ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਫਰਜ਼ੰਦ ਹੋ ਕੇ ਹੁਣ ਤੁਰਕਾਂ ਦੇ ਅੱਗੇ ਝੁਕਦਾ ਫਿਰੇਗਾ, ਨਾਲੇ ਪੈਸਾ ਖਰਚ ਕਰੇਗਾ ਮੁਕੱਦਮਿਆਂ ਤੇ ਫਿਰ ਉਹ ਸਾਰਾ ਦੱਸੀ ਉੱਥੇ ਸੰਸਾਰ ਦੇ ਹਾਲ ਬਾਬਾ ਮਹਾਦੇਵ ਜੀਆਂ ਪ੍ਰਿਥੀ ਚੰਦ ਨੂੰ ਵੀ ਜਦੋਂ ਪਰਿਵਾਰ ਵਿੱਚ ਕਪਾਟ ਪੈਂਦਾ, ਭਰਾ ਭਰਾ ਕਿਤੇ ਝਗੜ ਪੈਂਦੇ ਆ, ਉਦੋਂ ਹਾਲਾਤ ਪਹਿਲਾਂ ਵਰਗੀ ਸਰਦਾਰੀ ਨਹੀਂ ਰਹਿੰਦੀ। ਪਹਿਲਾਂ ਤਾਂ ਸਾਰੇ ਇੱਜ਼ਤ ਕਰਦੇ ਹੁੰਦੇ ਆ, ਜਦੋਂ ਪਰਿਵਾਰ ਜੁੜੇ ਮਿਲੇ ਹੁੰਦੇ ਆ, ਭਰਾਵਾਂ ਦੀ ਬਣਦੀ ਹੁੰਦੀ ਹੈ। ਜਦੋਂ ਕਿਤੇ ਲੜ ਪੈਣ ਫਿਰ ਦੋ ਜਦੋਂ ਧੜੇ ਬਣਦੇ ਆ ਤੇ ਸੰਸਾਰ ਸਾਰੇ ਲੋਕ ਜਿਹੜੇ ਆ ਆਸੇ ਪਾਸੇ ਦੇ ਨਿੰਦਾ ਉਚਾਰਦੇ ਆ ਤੇ ਨਾਲੇ ਫਿਰ ਘਰ ਦੀਆਂ ਸਾਰੀਆਂ ਗੱਲਾਂ ਉਗੜ ਉਗੜ ਕੇ ਬਾਹਰ ਆਉਂਦੀਆਂ ਨੇ। ਜੋ ਆਪਾਂ ਉਹ ਸੰਸਾਰ ਵਿੱਚ ਪ੍ਰਗਟ ਪ੍ਰਤੱਖ ਵੇਖਦੇ ਹੀ ਹਾਂ ਸਾਰੇ, ਵੀ ਜਿੰਨਾ ਸਮਾਂ ਤਾਂ ਪਰਿਵਾਰਾਂ ਦੀ ਬਣੀ ਰਹਿੰਦੀ ਹੈ ਉਹਨਾਂ ਸਮਾਂ ਪਾਸੇ ਆਸੇ ਵੀ ਸੋਭਾ ਹੁੰਦੀ ਹੈ ਵੀ ਵਾਹ ਕਿੱਡਾ ਸੋਹਣਾ ਇਤਫਾਕ ਬਣਿਆ ਪਰਿਵਾਰ ਦਾ। ਤੇ ਵੈਸੇ ਵੇਖਣ ਨੂੰ ਵੀ ਚੜ੍ਹਦੀ ਕਲਾ ਉਸ ਘਰਾਣੇ ਦੀ ਪ੍ਰਤੀਤ ਹੁੰਦੀ ਹੈ। ਜਦੋਂ ਰਗੜਾ ਝਗੜਾ ਹੋ ਜਾਂਦਾ ਹੈ ਫਿਰ ਜਿਹੜੀਆਂ ਨਹੀਂ ਵੀ ਗੱਲਾਂ ਦੱਸਣ ਵਾਲੀਆਂ ਉਹ ਵੀ ਈਰਖਾ ਦੇ ਮਾਰੇ ਫਿਰ ਭਰਾ ਹੀ ਤੇ ਪਰਿਵਾਰ ਜਿਹੜੇ ਇੱਕ ਦੂਜੇ 'ਤੇ ਤੋਹਮਤਾਂ ਲਾਉਂਦੇ ਆ, ਇਹ ਇਸ ਤਰ੍ਹਾਂ ਕਰਦਾ ਰਿਹਾ, ਇਸ ਤਰ੍ਹਾਂ ਕਰਦਾ ਰਿਹਾ। ਤਮਾਸ਼ਗੀਰ ਲੋਕ ਵੇਖ ਵੇਖ ਕੇ ਹੱਸਦੇ ਆ ਵੀ ਲਓ ਵੇਖੋ ਕਿੰਨਾ ਚਿਰ ਤਾਂ ਇਕੱਠੇ ਖਾਂਦੇ ਰਹੇ ਆ, ਉਦੋਂ ਇਹਨਾਂ ਨੂੰ ਔਗਣ ਨਹੀਂ ਦਿਸੇ ਤੇ ਹੁਣ ਇਹ ਵੇਖੋ ਇੱਕ ਦੂਜੇ ਦਾ ਕਿਵੇਂ ਜ਼ਖਮ ਤੇ ਔਗਣ ਫਰੋੜ ਰਹੇ ਆ। ਨਾਲ ਹੀ ਉਹ ਬਾਬਾ ਮਹਾਦੇਵ ਜੀ ਆ ਫਿਰ ਉਹ ਦੱਸਿਆ ਵੀ ਹੈ ਵਿੱਚ ਕਿ ਜਦੋਂ
ਐਸਾ ਝਗੜਾ ਪੈ ਜਾਂਦਾ। ਫਿਰ ਮਹਾਂਦੇਵ ਪ੍ਰਿਥੀ ਚੰਦ ਨੂੰ ਕਹਿੰਦੇ ਵੀ ਨਾਲੇ ਤਰਲੇ ਕਰਨੇ ਪੈਂਦੇ ਆ, ਕਿਉਂਕਿ ਆਪਦਾ ਪੱਖ ਮਜ਼ਬੂਤ ਕਰਨ ਵਾਸਤੇ ਨਾਲ ਬੰਦੇ ਵੀ ਚਾਹੀਦੇ ਆ, ਮਨੁੱਖ ਵੀ ਚਾਹੀਦੇ ਆ, ਅਮੀਰ ਵਜ਼ੀਰ ਕੋਈ ਜਿਨ੍ਹਾਂ ਦੀ ਕੋਈ ਕਚਹਿਰੀਆਂ ਅਦਾਲਤਾਂ ਵਿੱਚ ਚੱਲਦੀ ਮਾੜੀ ਮੋਟੀ, ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਦਾ ਸਹਾਰਾ ਲੈਣ ਵਾਸਤੇ ਵੀ ਤੁਰਨਾ ਪੈਂਦਾ। ਤੇ ਉਹਨਾਂ ਦਾ ਜਦੋਂ ਸਹਾਰਾ ਲਈਦਾ ਤੇ ਉਹ ਪਹਿਲਾਂ ਕਹਿੰਦੇ ਆ ਉਹਨਾਂ ਅੱਗੇ ਨਿਮਾਣੇ ਹੋਣਾ ਪੈਂਦਾ। ਉਹ ਇਸ ਤਰ੍ਹਾਂ ਹੀ ਆ ਨਾ, ਜਦੋਂ ਕੋਈ ਇਹੋ ਜਿਹੀ ਗੱਲ ਬਣ ਜਾਂਦੀ ਹੈ, ਕਿਤੇ ਪਰਿਵਾਰ ਦਾ ਕੋਈ ਇਹੋ ਜਿਹਾ ਦੁੱਖ ਕਸ਼ਟ ਉਘੜ ਕੇ ਸਾਹਮਣੇ ਆਉਂਦਾ, ਕਿਤੇ ਰਗੜਾ ਝਗੜਾ ਭਰਾਵਾਂ ਦਾ ਬਣ ਜਾਂਦਾ, ਫਿਰ ਉਹ ਵੇਖੀਦਾ ਹੀ ਆ ਵੀ ਕੌਲੀਆਂ ਚਿਮਚੇ ਵੀ ਫਿਰ ਉਹ ਗਿਣੇ ਜਾਂਦੇ ਆ। ਅਤੇ ਨਾਲੇ ਲੋਕਾਂ ਨੂੰ, ਸੰਸਾਰ ਨੂੰ ਆਪਦੇ ਭਾਂਡੇ ਕੱਢ ਕੱਢ ਵਿਖਾਉਂਦੇ ਵੀ ਸਾਡੇ ਕੋਲ ਇੰਨਾ ਕੁ ਹੈ ਕੁਝ। ਅੱਗੇ ਪਿੱਛੇ ਤਾਂ ਹੋ ਸਕਦਾ ਬਾਹਰ ਇੰਨੀ ਕੁ ਪੜਤ ਬਣੀ ਹੁੰਦੀ ਹੈ, ਸਭ ਵੇਖਦੇ ਵੀ ਖੌਰੇ ਇਹਨਾਂ ਦੇ ਕੋਲ ਕੀ ਹੈ। ਅਤੇ ਜਦੋਂ ਕਿਤੇ ਲੜ ਲੁੜ ਪੈਂਦੇ ਆ, ਫਿਰ ਉਹ ਵਿਖਾਉਂਦੇ ਸਾਰਿਆਂ ਨੂੰ ਵੀ ਸਾਡੇ ਕੋਲ ਇੰਨੇ ਭਾਂਡੇ ਆ, ਇਹਦੇ ਹਿੱਸੇ ਆ, ਇਹਦੇ ਹਿੱਸੇ ਆ। ਇਸ ਤਰ੍ਹਾਂ ਬਾਬਾ ਮਹਾਂਦੇਵ ਜੀ ਸਮਝਾ ਰਹੇ ਪ੍ਰਿਥੀ ਚੰਦ ਵੀ ਅੰਤ ਨੂੰ ਦੁੱਖ ਕਲੇਸ਼ ਅਤੇ ਮਾਇਆ ਖਰਚਣ ਤੋਂ ਬਿਨਾਂ ਮੁਕੱਦਮਿਆਂ ਵਿੱਚ ਅਤੇ ਲੜਾਈ ਝਗੜੇ ਵਿੱਚ ਹੋਰ ਕੁਝ ਨਹੀਂ ਹੈ। ਨਾਲ ਹੀ ਫਿਰ ਉਹ ਜਿਵੇਂ ਦੱਸਿਆ ਵੀ ਜਿਹੜੇ ਲੋਕ ਹੁੰਦੇ ਆ, ਫਿਰ ਸੰਸਾਰ ਦੇ ਜਦੋਂ ਉਹਨਾਂ ਨੂੰ ਨਾਲ ਗੰਢਣਾ ਹੁੰਦਾ ਵੀ ਮੇਰੇ ਪੱਖ ਵਿੱਚ ਖੜ੍ਹ, ਤੂੰ ਮੈਨੂੰ ਲੋੜ ਹੈ ਤੇਰੀ ਰਾਜਨੀਤੀ, ਬੰਦੇ ਨੂੰ ਫਿਰ ਉਹ ਪਹਿਲਾਂ ਆਪਦਾ ਕੰਮ ਕਰਾਉਂਦੇ ਆ। ਉਹ ਵੇਖੀਦਾ ਹੀ ਆ ਨਾ, ਉਹ ਜੇ ਬੰਦਾ ਬੁੰਦਾ ਵੀ ਨਾ ਹੋਵੇ ਘਰ ਵਿੱਚ ਹੁਣ ਵੀ, ਉਹ ਕਹਿੰਦੇ ਚੱਲਦੇ ਆ ਤੇਰੇ ਨਾਲ, ਥੋੜ੍ਹੇ ਜਿਹੇ ਪੱਠੇ ਵੱਢਦੇ ਅਤੇ ਚਲੇ ਚੱਲਦੇ ਆ। ਅਤੇ ਉਹ ਕਈ ਕਹਿੰਦੇ ਨਲਕਾ ਗੇੜ ਮੈਂ ਇਸ਼ਨਾਨ ਕਰ ਲਵਾਂ। ਇਸ ਤਰ੍ਹਾਂ ਦਾ ਬਾਬਾ ਮਹਾਂਦੇਵ ਜੀ ਦਾ ਨਕਸ਼ਾ ਉਹ ਕਵੀ ਸੰਤੋਖ ਸਿੰਘ ਦੀ ਕਲਮ ਨੇ ਲਿਖਿਆ ਵੀ ਸੰਸਾਰ ਇਹੋ ਜਿਹਾ, ਇਹ ਤਾਂ ਮੁੱਠੀ ਬੱਝੀ ਸੋਹਣੀ ਲੱਗਦੀ ਹੈ। ਅਤੇ ਇਹ ਪ੍ਰਿਥੀ ਚੰਦ ਖੋਟਾ ਹੈ, ਉਲਟਾ ਮਹਾਂਦੇਵ ਜੀ ਨੂੰ ਕਹਿੰਦਾ ਵੀ ਮੈਂ ਤਾਂ ਕਹਿੰਦਾ ਤੂੰ ਮੇਰੀ ਗੱਲ ਮੰਨ ਵੀ ਦਿੱਲੀ ਚੱਲ, ਉੱਥੇ ਜਦੋਂ ਮੈਂ ਮੁਕੱਦਮਾ ਕਰਾਂਗਾ ਅਤੇ ਜਹਾਂਗੀਰ ਨੇ ਆਖਣਾ ਤੁਸੀਂ ਝਗੜਾ ਕਰਦੇ ਹੋ ਅਰਜਨ ਦੇਵ ਜੀ ਨਾਲ, ਅਤੇ ਮੈਂ ਆਖਾਂਗਾ ਵੀ ਗੁਰਿਆਈ ਤਾਂ ਕਿਉਂਕਿ ਪਿਤਾ ਦੀਆਂ ਵਸਤੂਆਂ ਸਾਰੀਆਂ ਸਭ ਦੇ ਪੁੱਤਰਾਂ ਦੇ ਬਰਾਬਰ ਵਿੱਚ ਵੰਡੀਆਂ ਜਾਂਦੀਆਂ, ਧਨ ਦੌਲਤ ਬਰਾਬਰ ਵੰਡਦੇ ਹੋ। ਰਹੀ ਗੱਲ ਗੁਰਿਆਈ ਦੀ, ਜਿਹਦੇ ਪਿੱਛੇ ਸਾਡਾ ਝਗੜਾ ਚੱਲਦਾ ਹੈ, ਉਹ ਗੁਰਤਾ ਨਾ ਮੈਂ ਲਵਾਂ ਅਤੇ ਨਾ ਫਿਰ ਅਰਜਨ ਦੇਵ ਕੋਲ ਰਵੀ, ਉਹ ਆਪਾਂ ਮਹਾਂਦੇਵ ਨੂੰ ਦੇ ਦਿਓ ਤੁਸੀਂ। ਮੈਂ ਜਹਾਂਗੀਰ ਨੂੰ ਇਸ ਤਰ੍ਹਾਂ ਕਹਿ ਕਵਾ ਕੇ ਹੇ ਮਹਾਂਦੇਵ ਤੈਨੂੰ ਗੁਰਿਆਈ ਦਵਾ ਦਿਆਂਗਾ, ਸਾਰਾ ਸੰਸਾਰ ਤੇਰੇ ਚਰਨੀ ਲੱਗੇ ਕਰੇਗਾ। ਬਾਬਾ ਮਹਾਂਦੇਵ ਜੀ ਮਾਰਦੇ ਮੱਥੇ 'ਤੇ ਹੱਥ। ਉਹ ਪ੍ਰਿਥੀ ਚੰਦ ਵੀ ਮੈਂ ਤਾਂ ਤੈਨੂੰ ਸਮਝਾਉਣ ਆਇਆ ਅਤੇ ਤੂੰ ਉਲਟਾ ਮੈਨੂੰ ਹੀ ਆਪਦੇ ਨਾਲ ਗੰਢ ਤੁਰਿਆ ਵੀ ਮੈਂ ਕਿਉਂ ਤੇਰੇ ਨਾਲ ਪਾਪਾਂ ਵਿੱਚ ਸ਼ਰੀਕ ਬਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਮੈਂ ਭਰਾ ਨਹੀਂ ਜਾਣਦਾ, ਉਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ 5ਵਾਂ ਸਰੂਪ ਹਨ। ਅਤੇ ਮੈਂ ਤਾਂ ਕਹਿੰਦਾ ਤੂੰ ਵੀ ਮਸੰਦਾਂ ਸਮੇਤ ਸਭ ਸਿੱਖ ਸੰਗਤਾਂ ਨੂੰ, ਨਾਲੇ ਤੇਰਾ ਵਡਿਆਈ ਜਸ ਹੋਵੇ, ਮੋਹਰੀ ਹੋ ਕੇ ਸਭ ਦੇ ਅੱਗੇ ਲੱਗ ਕੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨੀ ਲੱਗ, ਸਭ ਤੇਰਾ ਸੰਸਾਰ ਜਸ ਕਰੇਗਾ। ਇਸ ਤਰ੍ਹਾਂ ਦੀ ਉਹ ਕਥਾ ਆਪਾਂ ਕੱਲ੍ਹ ਸੁਣੀ, ਪਰ ਉਹ ਪ੍ਰਿਥੀ ਚੰਦ ਨੂੰ ਕੋਈ ਨਾ ਲੱਗੀ। ਬਾਬਾ ਮਹਾਂਦੇਵ ਜੀ ਬੜਾ ਸਮਾਂ ਸਮਝਾਉਂਦੇ ਰਹੇ ਵੀ ਨਾ ਜਾ ਦਿੱਲੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਥਿੰਦਾ ਭਾਂਡਾ ਜਿਹਦੇ ਵਿੱਚ ਪਾਣੀ ਦੀ ਬੂੰਦ ਉਹ ਥੰਧਿਆਈ ਕਾਰਨ ਭਾਂਡੇ ਨੂੰ ਸਪਰਸ਼ ਨਹੀਂ ਕਰ ਸਕਦੀ, ਉਵੇਂ ਹੀ ਤਿਲਕ ਕੇ ਹੇਠਾਂ ਡਿੱਗ ਜਾਂਦੀ ਹੈ ਥੰਧਿਆਈ ਕਾਰਨ। ਇਸ ਤਰ੍ਹਾਂ ਪ੍ਰਿਥੀ ਚੰਦ ਦੇ ਮਨ ਨੂੰ ਪਾਪਾਂ ਅਤੇ ਹੰਕਾਰ ਦੀ ਥੰਧਿਆਈ ਲੱਗੀ ਹੈ, ਅਤੇ ਬਾਬਾ ਮਹਾਂਦੇਵ ਦੇ ਬਚਨਾਂ ਰੂਪੀ ਇੱਕ ਵੀ ਬੂੰਦ ਇਹਨੂੰ ਸਪਰਸ਼ ਨਹੀਂ ਕਰ ਰਹੀ। ਕੋਈ ਅੰਧੇਕ ਨਾ ਲੱਗ ਗਈ ਜੋ ਬਾਸ ਬਜਾਈ ਹੈ ਫੂਕ, ਜਿਵੇਂ ਬਾਂਸ ਵਿੱਚ ਇੱਕ ਪਾਸਿਓਂ ਫੂਕ ਮਾਰੋ ਖੋਖਲਾ ਹੋਣ ਕਾਰਨ ਦੂਜੇ ਪਾਸੇ ਨਿਕਲ ਜਾਂਦੀ ਹੈ। ਇਸ ਤਰ੍ਹਾਂ ਦਾ ਹਾਲ ਪ੍ਰਿਥੀ ਚੰਦ ਦਾ ਹੈ। ਅੱਗੇ ਫਿਰ ਬਾਬਾ ਮਹਾਂਦੇਵ ਜੀ ਅਤੇ ਪ੍ਰਿਥੀ ਚੰਦ ਦਾ ਆਪਸ ਵਿੱਚ ਸੰਵਾਦ, ਜਦੋਂ ਪ੍ਰਿਥੀ ਚੰਦ ਨੇ ਨਾ ਕੁਝ ਮੰਨਿਆ ਅਤੇ ਬਾਬਾ ਮਹਾਂਦੇਵ ਨੂੰ ਜਿਵੇਂ ਇਹ ਲਾਲਚ ਦਿੰਦਾ, ਉਹ ਕੁਝ ਪ੍ਰਸੰਗ ਜਾਵੇਗਾ ਸੁਣੀਏ ਜੀ।
ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕੈ ਪ੍ਰਿਥਿਆ ਲਖੈ ਮਨ। ਤੇ ਸੁਣ ਕੇ ਬਾਬਾ ਮਹਾਦੇਵ ਜੀ ਤੋਂ ਸਾਰੀ ਗੱਲ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ। ਭਰਾਵਾਂ ਦਾ ਝਗੜਾ, ਇਹਦੇ ਵਿੱਚ ਕੋਈ ਸੋਭਾ ਨਹੀਂ ਸੰਸਾਰ ਵੱਲੋਂ, ਤੇ ਟਿਕ ਜਾਓ ਨਾ। ਉੱਥੇ ਪ੍ਰਿਥੀ ਚੰਦ ਤੁਸੀਂ ਜਾਓ ਦਿੱਲੀ ਮੁਕੱਦਮਾ ਕਰਨ। ਸਾਰੀ ਗੱਲ ਬਾਬਾ ਮਹਾਦੇਵ ਜੀ ਤੋਂ ਪ੍ਰਿਥੀ ਨੇ ਸੁਣ ਕਰਕੇ ਇਹ ਭੋਰੋ ਮਤ ਨਾਹੇ। ਤੇ ਮਨ ਚ ਵਿਚਾਰਿਆ ਵੀ ਇਹ ਬਾਬਾ ਮਹਾਦੇਵ ਤਾਂ ਭੋਲਾ ਹੈ, ਇਹਨੂੰ ਕੋਈ ਬਹੁਤੀ ਅਕਲ ਮਤ ਹੈ ਨਹੀਂ ਹੈ। ਆਲਸ ਕੀ ਲਾਲਸ ਜਿਸੇ। ਤੇ ਇਹ ਤਾਂ ਬਾਕੀ ਬਾਬਾ ਮਹਾਦੇਵ ਭਰਾ ਮੇਰਾ ਤਾਂ ਆਲਸੀ ਬਹੁਤ ਹੈ, ਵੀ ਜਿੱਥੇ ਬੈਠਾ ਹੈ ਬੈਠੇ ਰਹੇ, ਜਿੱਥੇ ਪਏ ਰਹੇ ਪਏ ਰਹੇ। ਉਦਮੀ ਨਹੀਂ ਹੈ ਬਾਬਾ ਮਹਾਦੇਵ, ਬਹੁਤ ਆਲਸੀ ਹੈ। ਰਹਿ ਬੈਠ ਕਰ ਮਾਹੇ। ਤੇ ਐਵੇਂ ਸਦਾ ਹੀ ਆਪਣੇ ਘਰ ਦੇ ਵਿੱਚ ਬੈਠੇ ਰਹਿੰਦੇ ਆ, ਕਿਤੇ ਬਾਹਰ ਅੰਦਰ ਆਉਂਦੇ ਜਾਂਦੇ ਨਹੀਂ। ਹੈ ਤਾਂ ਬਾਬਾ ਮਹਾਦੇਵ ਜੀ ਦਾ ਬੜਾ ਵੱਡਾ ਗੁਣ ਸੀ ਨਾ, ਵੀ ਉਹ ਕਿਸੇ ਨਾਲ ਘੱਟ ਹੀ ਮਿਲਦੇ ਸੀ। ਆਪਦਾ ਮਸਤ ਤੇ ਆਪਦਾ ਪਰਮੇਸ਼ਰ ਦਾ ਨਾਮ ਜਪਣਾ, ਨਾਮ ਰਸ ਲੈਣਾ। ਪ੍ਰਿਥੀ ਚੰਦ ਕਹਿੰਦਾ ਇਹ ਕਦੇ ਘਰੋਂ ਹੀ ਨਹੀਂ ਨਿਕਲਿਆ। ਮਹਾਦੇਵ ਨੇ ਕੀ ਕਰਨਾ, ਹੈ ਤਾਂ ਆਲਸ ਦੀ ਪੰਡ ਹੈ। ਸਾਰਾ ਦਿਨ ਆਪਣੇ ਘਰ ਵਿੱਚ ਵੜੇ ਰਹਿੰਦੇ ਹਨ। ਸਵਈਆ ਛੰਦ ਮਹਾਦੇਵ ਤੁਮ ਸੁਨੋ ਭਰਾਤ ਜੀ। ਬਾਬਾ ਮਹਾਦੇਵ ਨੂੰ ਕਹਿੰਦਾ ਪ੍ਰਿਥੀ ਚੰਦ, ਹੇ ਬਾਬਾ ਮਹਾਦੇਵ ਜੀ, ਮੇਰੇ ਭਰਾ ਜੀ ਮੇਰੀ ਗੱਲ ਸੁਣਨਾ ਕਰੋ। ਜੇ ਆਬ ਉਦਮ ਕਰ ਹੋ ਨਾਹੇ। ਜੇ ਮੈਂ ਤੁਹਾਡੇ ਕਹੇ ਅਨੁਸਾਰ ਕੋਈ ਉਦਮ ਨਾ ਕਰਾਂ, ਗੁਰਤਾ ਲੈਣ ਵਾਸਤੇ ਕੋਈ ਹੀਲਾ ਨਾ ਕਰਾਂਗਾ। ਛਤਰ ਸਹੋਦਰ ਨੇ ਸਭ ਲੀਨਸ। ਜਿਹੜਾ ਮੇਰਾ ਦੁਸ਼ਮਣ ਬਣਿਆ ਹੋਇਆ ਅਰਜੁਨ ਦੇਵ, ਜਿਹਨੇ ਸਾਰਾ ਕੁਝ ਦਬ ਲਿਆ ਹੈ ਮੇਰਾ ਵੀ। ਹਮਰੋ ਬੰਸ ਕਹਾਂ ਤੇ ਖਾਏ। ਤੇ ਦੱਸ ਹੇ ਮਹਾਦੇਵ ਵੀ ਮੇਰੇ ਪੁੱਤਰ ਮੇਰੇ ਪੋਤਰੇ ਦੱਸ ਕਿੱਥੋਂ ਖਾਣਗੇ, ਕਿਵੇਂ ਢਿੱਡ ਭਰਿਆ ਕਰਨਗੇ। ਜੇ ਆਬ ਮੁਝ ਤੇ ਲਈ ਗਈ। ਹਾਂ, ਜੇ ਮੇਰੇ ਤੋਂ ਲਈ ਗਈ ਨਹਿ ਤੇ ਵਿਸ਼ਰਾਮ, ਜੇਕਰ ਮੇਰੇ ਤੋਂ ਇਹ ਗੁਰਿਆਈ ਗੁਰੂ ਅਰਜਨ ਦੇਵ ਸਾਹਿਬ ਤੋਂ ਨਾ ਵਾਪਸ ਲਈ ਗਈ। ਪੁਨ ਗੁਰ ਤਾਕੇ ਮਕੋਲੇ ਪਾਹੇ। ਤੇ ਹੋਰ ਦੱਸੋ ਫਿਰ ਮਹਾਦੇਵ ਜੀ ਗੁਰਿਆਈ ਕਿਵੇਂ ਕੋ ਪ੍ਰਾਪਤ ਕਰੇਗਾ। ਵੀ ਹੁਣ ਤਾਂ ਮੇਰੀ ਸਰਕਾਰੇ ਦਰਬਾਰੇ ਵੀ ਚੱਲਦੀ ਹੈ, ਬਾਕੀ ਮੈਂ ਭਰਾ ਵੀ ਹਾਂ। ਤੇ ਜਦੋਂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਚਲੇ ਗਈ, ਉਦੋਂ ਦੱਸੋ ਭਲਾ ਵੀ ਕਿਵੇਂ ਵਾਪਸ ਲਈ ਜਾਵੇਗੀ। ਮੈਂ ਸਮਰੱਥ ਹਾਂ ਲੈਬੇ ਕੋ ਇਹ। ਕਿਉਂਕਿ ਮੈਂ ਗੁਰਤਾ ਖੋਣ ਵਾਸਤੇ ਅਰਜਨ ਦੇਵ ਤੋਂ ਲੈਣ ਵਾਸਤੇ ਹੁਣ ਸਮਰੱਥ ਹਾਂ, ਬੜੇ ਬਲ ਵਾਲਾ ਹਾਂ। ਬਿਲਮ ਜਾਣ ਕੀ ਦਿੱਲੀ ਮਾਹੇ। ਤੇ ਇਸ ਕਰਕੇ ਮੈਂ ਬਿਨਾਂ ਦੇਰੀ ਤੋਂ ਜਾਊਂਗਾ ਦਿੱਲੀ ਵਿੱਚ, ਦੇਰੀ ਨਹੀਂ ਲਾਵਾਂਗਾ, ਛੇਤੀ ਨਾਲ ਦਿੱਲੀ ਪਹੁੰਚ ਕਰਕੇ। ਮੇਰੋ ਕਿਆ ਬਿਗੜੈ ਗੋ ਕਹਾ ਤੂੰ। ਵੀ ਜੇ ਤੁਸੀਂ ਕਹਿੰਦੇ ਹੋ ਆਖੇ ਜੀ ਭਰਾ ਜਦੋਂ ਲੜ ਪੈਂਦੇ ਆ ਤੇ ਬੜਾ ਵਿਗਾੜ ਹੁੰਦਾ, ਨਿੰਦਾ ਹੁੰਦੀ ਹੈ। ਪ੍ਰਿਥੀ ਚੰਦ ਕਹਿੰਦਾ ਭਰਾ ਤਾਂ ਜੇ ਭਲਾ ਮੈਂ ਕੇਸ ਮੁਕੱਦਮਾ ਕਰ ਦੇਵਾਂ ਦਿੱਲੀ ਅਦਾਲਤ ਵਿੱਚ ਜਾ ਕੇ, ਤੇ ਮੇਰਾ ਕੀ ਵਿਗੜ ਜਾਵੇਗਾ। ਮੈਂ ਹੈ ਮਾਏ ਸੋ ਕੀ ਜਗਤ ਵਿਸਾਲ। ਵੀ ਮੇਰੀ ਤਾਂ ਪਹਿਲਾਂ ਹੀ ਨਿੰਦਾ ਬੜੀ ਹੋਈ ਜਾਂਦੀ ਹੈ, ਮੈਂ ਤਾਂ ਪਹਿਲਾਂ ਹੀ ਛੰਡਿਆ ਫੂਕਿਆ ਸਾਰਿਆਂ ਵੱਲੋਂ। ਮੇਰਾ ਕੀ ਵਿਗੜਨਾ ਜੇ ਮੈਂ ਮੁਕੱਦਮਾ ਕਰਾਂਗਾ। ਸੋਭਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਸਾਰ ਵਿੱਚ ਜ਼ਿਆਦੀ ਹੈ, ਤੇ ਨਿੰਦਾ ਜਿਹਦੀ ਪਹਿਲਾਂ ਹੀ ਨਿੰਦਾ ਹੁੰਦੀ ਉਹਦਾ ਕੀ ਵਿਗੜ ਜਾਵੇਗਾ। ਇਸ ਕਰਕੇ ਗੁਰੂ ਅਰਜਨ ਦੇਵ ਸਾਰੇ ਸੰਸਾਰ ਵਿੱਚ ਪੂਜੇ ਜਾਂਦੇ ਆ। ਔਖਾ ਤਾਂ ਇਹਨਾਂ ਨੂੰ ਹੋਵੇਗਾ। ਦਰਬ ਪਦਾਰਥ ਅਧਿਕ ਅਨੂਠੇ। ਕਿਉਂਕਿ ਅਨੋਖਾ ਧਨ ਮਾਇਆ ਦੌਲਤ ਬੜੀਆਂ ਭੇਟਾਵਾਂ ਇਹਨਾਂ ਦੇ ਘਰ ਵਿੱਚ। ਚਾਹੋਂ ਦੇਸ਼ ਤੇ ਆਵੈ ਤਤਕਾਲ। ਬੜੀ ਛੇਤੀ ਨਾਲ ਸਿੱਖ ਲੈ ਲੈ ਕੇ ਇਹਨਾਂ ਦੇ ਘਰ ਵਿੱਚ ਪਹੁੰਚਦੇ ਹਨ। ਝਗਰਤ ਕੈਦ ਹੋਏ ਤਬ ਹੌਰਾ। ਤੇ ਜਦੋਂ ਝਗੜਾ ਹੋਇਆ ਤੇ ਝਗੜੇ ਦੇ ਵਿੱਚੋਂ ਮੁਕੱਦਮਾ ਕੀਤਾ ਮੈਂ ਦਿੱਲੀ ਜਾ ਕੇ,
ਜਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਕੈਦ ਹੋ ਗਈ ਤੇ ਉਦੋਂ ਆਪੇ ਹੌਲੇ ਹੋ ਜਾਣਗੇ। ਹੇ ਰਹਿਣਗੇ ਨਰ ਦੇਸ਼ਣ ਜਾਲ। ਤੇ ਸਾਰੇ ਦੇਸ਼ਾਂ ਦੀਆਂ ਸੰਗਤਾਂ ਵੇਖਣਗੀਆਂ ਇਹਨਾਂ ਨੂੰ ਕੈਦ ਹੋਈ। ਭਾਵ ਕਹਿੰਦਾ ਵੀ ਮੇਰਾ ਕੀ ਜਾਣਾ, ਵੀ ਮੈਂ ਤਾਂ ਪਹਿਲਾਂ ਹੀ ਮੇਰੀ ਨਿੰਦਿਆ ਬੜੀ ਹੋਈ ਜਾਂਦੀ ਹੈ, ਮੇਰਾ ਕੀ ਵਿਗੜਨਾ। ਗੁਰੂ ਅਰਜਨ ਦੇਵ ਭਰਾ ਤਾਂ ਛੋਟੇ, ਉਹਨਾਂ ਦੀ ਸੋਭਾ ਜ਼ਿਆਦੀ ਹੈ। ਤੇ ਜਦੋਂ ਉਹ ਕੈਦ ਵਿੱਚ ਹੋਣਗੇ ਤੇ ਸਭ ਤੋਂ ਵੱਡਾ ਜਿਹੜਾ ਬਹੁਤ ਧਨ ਇਕੱਠਾ ਕਰਦੇ ਆ, ਉਹ ਨੁਕਸਾਨ ਜਿੰਨਾ ਵੀ ਹੋਣਾ ਅਰਜੁਨ ਦੇਵ ਦਾ ਹੋਣਾ। ਮੇਰੇ ਕੋਲ ਤਾਂ ਪਹਿਲਾਂ ਹੀ ਕੁਝ ਨਹੀਂ ਹੈ। ਪੁੰਨ ਹੈ ਉਪਾਇਨ ਅਰਪਹਿਗੇ ਨਹਿ। ਹਾਂ, ਫਿਰ ਜਦੋਂ ਅਰਜੁਨ ਦੇਵ ਨੂੰ ਕੈਦ ਹੋ ਗਈ ਤੇ ਸਿੱਖ ਕਿਸੇ ਨੂੰ ਭੇਟਾ ਨਹੀਂ ਦੇਣਗੇ, ਅਰਜਨ ਦੇਵ ਨੂੰ ਭੇਟਾ ਦੇਣੋਂ ਹਟ ਜਾਵਣਗੇ। ਕਿਤੇ ਕੇ ਦਿਵਸ ਮਹਿ ਹੋਏ ਆਸ ਹਾਲ। ਤੇ ਥੋੜੇ ਕੁ ਦਿਨਾਂ ਦੇ ਵਿੱਚ ਹੀ ਇਹਨਾਂ ਦੇ ਘਰ ਵਿੱਚ ਗਰੀਬੀ ਆ ਜਾਵੇਗੀ, ਬੜਾ ਬੁਰਾ ਹਾਲ ਹੋ ਜਾਵੇਗਾ। ਹਮ ਦੋਨੋਂ ਲਾਗ ਐਸ਼ਵਰਜ ਮਾਹੀ। ਕਿਉਂਕਿ ਇਹ ਮਹਾਂਦੇਵ ਜਾਣ ਲੈ ਵੀ ਤੂੰ ਤੇ ਮੈਂ ਆਪਾਂ ਦੋਵੇਂ ਹੀ ਅੱਜ ਦੇ ਸਮੇਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਤੋਂ ਧਨ ਦੌਲਤ ਵਿੱਚ ਬੜੇ ਪਿੱਛੇ ਹਾਂ, ਛੋਟੇ ਹਾਂ। ਗਾਦੀ ਬੈਠ ਪਇਓ ਧਨਵਾਨ। ਕਿਉਂਕਿ ਇਹ ਸਾਡੇ ਛੋਟੇ ਭਰਾ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਤੇ ਬਹਿ ਕੇ ਤੇ ਬੜੇ ਮਹਾਨ ਬਣ ਗਏ, ਸਾਥੋਂ ਧਨ ਦੌਲਤ ਵਿੱਚ ਵੀ ਵੱਡੇ ਹੋ ਗਏ ਹਨ। ਜਹਾਂ ਦੇਸ਼ ਤੇ ਗਾਨ ਸੰਗਤ ਸਿੱਖਨ। ਕਿਉਂਕਿ ਚਾਰ ਦਿਸ਼ਾਵਾਂ ਤੋਂ ਜਿੰਨੀ ਸਿੱਖ ਸੰਗਤ ਆਉਂਦੀ ਹੈ ਇਹਨਾਂ ਕੋਲ, ਅਨਗਨ ਦਰਬ ਵਸਤ ਦੇ ਆਨ। ਤੇ ਲਿਆ ਕੇ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ, ਧਨ ਮਾਇਆ ਪਦਾਰਥ, ਹੋਰ ਰਸਤਾਂ ਬਸਤਾਂ ਲਿਆ ਕੇ ਭੇਟ ਕਰਦੀਆਂ ਨੇ। ਤੂੰ ਕਿਮ ਜਰਹਿ ਨਹਿ ਔਰ ਮੈਂ। ਹੇ ਮਹਾਂਦੇਵ, ਵੀ ਤੂੰ ਕਿਵੇਂ ਇਹ ਗੱਲ ਜਰ ਰਿਹਾ ਆਪਦੇ ਮਨ ਵਿੱਚ, ਵੀ ਮੈਥੋਂ ਤਾਂ ਜਰੀ ਨਹੀਂ ਜਾਂਦੀ ਇਹ ਗੱਲ, ਵੀ ਇੱਕ ਛੋਟਾ ਭਰਾ ਆਪਾਂ ਪਿੱਛੇ ਰਹਿ ਗਏ ਹਾਂ। ਧਨ ਦੌਲਤ ਵਿੱਚ ਵੇਖ ਕਿੱਡੇ ਕਿੱਡੇ ਮੰਦਰ ਆ, ਹਰਿਮੰਦਰ ਸਾਹਿਬ ਬਣਿਆ ਹੋਇਆ, ਕਿੰਨੀ ਸੰਗਤ ਰੋਜ਼ ਆਉਂਦੀ ਹੈ। ਆਪਾਂ ਦੋਵੇਂ ਭਰਾ ਪਿੱਛੇ ਰਹਿ ਗਏ ਹਾਂ ਤੇ ਛੋਟੇ ਭਾਈ ਆਪਣੇ ਅੱਗੇ ਲੰਘ ਰਹੇ ਆ, ਧਨ ਵਿੱਚ ਵੀ ਤੇ ਸੋਭਾ ਵੀ ਸਭ ਤੋਂ ਜ਼ਿਆਦੀ ਉਹਨਾਂ ਦੀ। ਮੈਥੋਂ ਜਰਿਆ ਨਹੀਂ ਜਾਂਦਾ। ਤੂੰ ਕਿਉਂ ਦੱਸ ਆਪਦੇ ਹਿਰਦੇ ਵਿੱਚ ਸੜਦਾ ਨਹੀਂ ਵੇਖ ਕੇ, ਤੈਨੂੰ ਕਿਉਂ ਪਤਾ ਨਹੀਂ ਲੱਗਦਾ ਹੈ। ਹਮ ਤੀਨਾਹ ਇੱਕ ਪਿਤ ਕੇ ਜਾਨ। ਕਿਉਂਕਿ ਜਾਣ ਲੈ ਮਹਾਂਦੇਵ, ਵੀ ਆਪਾਂ ਹੈ ਤਾਂ ਇੱਕੋ ਹੀ ਪਿਤਾ ਦੇ ਪੁੱਤਰ ਆ ਨਾ ਤਿੰਨੇ। ਗੁਰੂ ਰਾਮਦਾਸ ਮਹਾਰਾਜ ਦੀ ਤਿੰਨੇ ਸਾਹਿਬਜ਼ਾਦੇ ਹਾਂ। ਤੇ ਛੋਟੇ ਅਰਜਨ ਦੇਵ ਦਾ ਵੇਖੋ ਸਾਰਾ ਸੰਸਾਰ ਸਤਿਕਾਰ ਕਰਦਾ ਤੇ ਸਾਰੇ ਉਹਨਾਂ ਦੇ ਚਰਨੀ ਡਿੱਗਦੇ ਆ। ਕਿੰਨੀ ਸੰਗਤ ਆਉਂਦੀ ਹੈ, ਮਾਇਆ ਭੇਟਾ ਢੇਰ ਲੱਗ ਜਾਂਦੇ ਆ। ਉਹ ਛੋਟੇ ਹੋ ਕੇ ਵੱਡੇ ਹੋ ਰਹੇ, ਆਪਾਂ ਵੱਡੇ ਹੋ ਕੇ ਵੀ ਛੋਟੇ ਹਾਂ। ਤਿੰਨੇ ਇੱਕੋ ਪਿਤਾ ਦੇ ਪੁੱਤਰ ਹੁੰਦਿਆਂ ਹੋਇਆਂ ਵੀ ਆਪਣਾ ਕੀ ਹਾਲ ਹੈ, ਤੈਨੂੰ ਕਿਉਂ ਨਹੀਂ ਪਤਾ ਲੱਗਦਾ ਵੈ। ਇੱਕ ਮਾਲਕ ਦਵੈ ਰਹੈ ਸੋ ਛੂਛੇ। ਹਾਂ, ਉਹ ਕੱਲਾ ਗੁਰਤਾ ਦਾ ਮਾਲਕ ਬਣਿਆ ਬੈਠਾ ਹੈ, ਆਪਾਂ ਦੋਵੇਂ ਖਾਲੀ ਹੋ ਰਹੇ ਹਾਂ, ਛੂਛੇ ਹਾਂ, ਬਿਲਕੁਲ ਕੁਝ ਪਾਸ ਨਹੀਂ ਹੈ। ਏਮ ਅਨੀਤ ਤੂੰ ਮਾਨ ਮਹਿਜਮਾਨ। ਇਹ ਮਹਾਂਦੇਵ ਚੰਗਾ ਕੰਮ ਨਹੀਂ ਫਿਰ, ਵੀ ਪਿਤਾ ਦੀ ਵਸਤੂ ਫਿਰ ਸਾਰਿਆਂ ਦੀ ਸਾਂਝੀ ਹੈ। ਗੁਰੂ ਅਰਜਨ ਦੇਵ ਇਕੱਲੇ ਬੈਠੇ ਆ, ਇਹ ਚੰਗੀ ਗੱਲ ਨਹੀਂ, ਅਨੀਤੀ ਹੈ, ਅਯੋਗ ਗੱਲ ਜਾਣਨਾ ਕਰ। ਪਾਤਸ਼ਾਹ ਪਹਿ ਕਰਾਂ ਪੁਕਾਰਨ। ਇਸ ਕਰਕੇ ਮੈਂ ਆਪਦਾ ਹੱਕ ਲੈਣ ਵਾਸਤੇ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਪੁਕਾਰ ਕਰਾਂਗਾ, ਇਹਨਾਂ ਤੇ ਮੁਕੱਦਮਾ ਕਰਾਂਗਾ। ਗੁਰ ਤਾਲੇ ਬਾਂ ਤੂਰਨ ਛੀਨ। ਤੇ ਛੇਤੀ ਜਿੰਨੀ ਹੋ ਸਕਿਆ ਅਰਜੁਨ ਦੇਵ ਤੋਂ ਮੈਂ ਗੁਰਤਾ ਤਖਤ ਖੋ ਲੈਣਾ ਹੈ। ਸੁਖ ਸੁਨਹੀ ਬਾਸ ਬੇਦੇਵਾਂ। ਇਹਨਾਂ ਨੂੰ ਮੈਂ ਸੁਖ ਦੇ ਨਾਲ ਕਿਤੇ ਚੈਨ ਦਾ ਸਾਹ ਨਹੀਂ ਲੈਣ ਦੇਵਾਂਗਾ, ਵਸਣ ਨਹੀਂ ਦੇਵਾਂਗਾ। ਸੰਕਟ ਪਰਹਿ ਹੋਏ ਬਾਹਦੀਨ। ਜਦੋਂ ਮੁਕੱਦਮੇ ਚੱਲੇ, ਫੌਜਾਂ ਚੜ੍ਹ ਕੇ ਆਈਆਂ, ਕੈਦ ਕਰ ਲਿਆ ਨਾ ਅਰਜੁਨ ਦੇਵ ਨੂੰ ਸਮੇਤ ਪਰਿਵਾਰ ਦੇ, ਉਦੋਂ ਵੇਖਾਂਗੇ ਕਿਵੇਂ ਇਹਨਾਂ ਦਾ ਸੁੱਖ ਨਾਸ਼ ਹੁੰਦੇ ਆ ਤੇ ਭਾਰੀ ਸੰਕਟ ਪਏਗਾ। ਵੇਖੀ ਕਿਵੇਂ ਦੁਖੀ ਹੋਵਣਗੇ। ਮਹਾਦੇਵ ਤੁਮ ਭੂਰੇ ਅਤਿਸ਼ੈ। ਆਹੇ ਮਹਾਦੇਵ ਮੇਰੇ ਭਰਾ, ਮੈਂ ਜਾਣਿਆ ਤੂੰ ਬਹੁਤ ਹੀ ਭੋਲਾ ਭਾਲਾ ਹੈ। ਹਾਨ ਲਾਭ ਕੀ ਸਮਝ ਵਿਹੀਨ। ਤੈਨੂੰ ਕੋਈ ਸਮਝ ਨਹੀਂ ਫਾਇਦਾ ਕੀ ਹੈ ਤੇ ਲਾਭ ਕੀ ਹੈ। ਹਾਨ ਲਾਭ ਨੁਕਸਾਨ ਦੀ ਤੈਨੂੰ ਬਹੁਤੀ ਸਮਝ ਨਹੀਂ ਹੈ। ਮੋਹੇ ਕਹੇ ਕੋ ਇਸੀ ਸਮੇਂ ਕਾ। ਤੇ ਜੇ ਮੈਂ ਕਹਿਣਾ ਨਾ ਜਿਵੇਂ ਵੀ ਮੇਰੇ ਨਾਲ ਦਿੱਲੀ ਚੱਲ, ਜਿਵੇਂ ਮੈਂ ਕਹਿਣਾ ਉਸੇ ਤਰ੍ਹਾਂ ਜੇ ਮੰਨ ਲਵੇਂ ਤੂੰ, ਝੂਰੈ ਹੈ ਗੋ ਮੈਂ ਕਿਉ ਨਹਿ ਕੀਨ। ਤੇ ਚੰਗਾ ਰਵੇਂਗਾ। ਹੇ ਮਹਾਂਦੇਵ, ਜੇ ਨਾ
ਮੇਰੇ ਆਖੇ ਲੱਗਿਆ ਤੇ ਇੱਕ ਨਾ ਇੱਕ ਦਿਨ ਅੱਜ ਮੇਰੀ ਇਸ ਗੱਲ ਨੂੰ ਤੂੰ ਝੁਰਿਆ ਕਰੇਂਗਾ, ਬੜਾ ਪਛਤਾਵੇਂਗਾ ਵੀ ਕਿਉਂ ਨਾ ਮੈਂ ਪ੍ਰਿਥੀ ਚੰਦ ਨਾਲ ਗਿਆ ਦਿੱਲੀ ਨੂੰ। ਸ਼੍ਰੀ ਅਰਜਨ ਨਿਜ ਛਲ ਬਲ, ਕਿਉਂਕਿ ਸਾਡੇ ਛੋਟੇ ਭਰਾ ਤਾਂ ਅਰਜਨ ਦੇਵ ਆਪਦੇ ਛਲ ਬਲ ਦੇ ਨਾਲ, ਧੋਖੇ ਧੜੀ ਦੇ ਨਾਲ, ਤੁਮ ਸੂਦੇ ਛਲ ਸਕਹੁ ਨਾ ਜਾਨ। ਉਹ ਗੁਰਤਾ ਦੇ ਮਾਲਕ ਬਣੇ ਬੈਠੇ ਐ। ਤੇ ਹੇ ਮਹਾਂਦੇਵ, ਤੁਸੀਂ ਸਿੱਧੇ ਸੁਭਾਅ ਦੇ ਭੋਲੇ ਭਾਲੇ, ਕਿਉਂ ਨਹੀਂ ਗੁਰੂ ਅਰਜਨ ਦੇਵ ਸਾਹਿਬ ਦਾ ਛਲ ਜਾਣਦੇ, ਪਖੰਡ ਕਿਉਂ ਨਹੀਂ ਜਾਣਦੇ ਹੋ? ਤੁਝ ਪ੍ਰਸੰਨ ਕਰ ਦੇਤ ਨੰਮਰ ਹੋਏ। ਜਦੋਂ ਆ ਕੇ ਬਸ ਅਰਜਨ ਦੇਵ ਜੀ ਬੜੇ ਚੁਸਤ ਹੈ, ਤੁਹਾਡੇ ਚਰਨੀ ਆ ਕੇ ਗੋਡੀ ਹੱਥ ਲਾ ਦਿੰਦੇ ਤੇ ਤੁਸੀਂ ਇੰਨੇ ਵਿੱਚ ਹੀ ਮਾਣ ਨਹੀਂ ਹੁੰਦੇ। ਉਹ ਤੁਹਾਨੂੰ ਇੰਨੇ 'ਚ ਹੀ ਖੁਸ਼ ਕਰ ਛੱਡਦੇ ਆ, ਆਇਆਂ ਦੇ ਗੋਡੀ ਹੱਥ ਲਾ ਦਿੰਦੇ ਆ। ਤਰਾਸੋ ਧਰਤ ਇਹ ਝਗਰ ਨਾ ਠਾਨ, ਕਿਉਂਕਿ ਤੁਹਾਡੇ ਤੋਂ ਡਰਦੇ ਆ ਵੀ ਕਿਤੇ ਪ੍ਰਿਥੀ ਚੰਦ ਨਾਲ ਰਲ ਕੇ ਕਿਤੇ ਮਹਾਂਦੇਵ ਵੀ ਝਗੜਾ ਨਾ ਕਰੇ। ਆਖੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਗੋਡੀ ਪੈਂਦੇ ਐ, ਚਰਨੀ ਹੱਥ ਲਾਉਂਦੇ ਐ, ਤੁਹਾਨੂੰ ਖੁਸ਼ ਰੱਖਦੇ ਹਨ ਚਲਾਕੀ ਨਾਲ। ਤੀਨਾ ਹਮ ਜਿਸ ਕੇ ਅਧਿਕਾਰੀ, ਜਿਸ ਗੁਰਤਾ ਦੇ ਆਪਾਂ ਤਿੰਨੇ ਭਰਾ ਬਰਾਬਰ ਦੇ ਹੱਕਦਾਰ ਹਾਂ। ਲੈ ਬੈਠਿਓ ਏਕਲ ਸੁਖ ਮਾਨ, ਤੇ ਵੇਖ ਨਾ ਮਹਾਂਦੇਵ ਵੀ ਉਹ ਇਕੱਲੇ ਗੁਰੂ ਅਰਜਨ ਦੇਵ ਲੈ ਕੇ ਬਹਿ ਗਏ ਆ, ਗੁਰਤਾ ਗੁਰਿਆਈ ਤੇ ਸੁਖ ਮਾਣ ਰਹੇ ਹਨ। ਸਭ ਮਸੰਦ ਕਹਿ ਕਹਿ ਅਪਨਾਏ, ਸਾਰੇ ਮਸੰਦ ਕਹਿ ਕਹਿ ਕੇ ਆਪਦੇ ਵੱਲ ਉਹਨਾਂ ਕਰ ਲਏ ਹਨ। ਚਾਹੋਂ ਦੇਸ਼ ਤੇ ਧਨ ਆਏ ਮਹਾਨ, ਤੇ ਚਾਰ ਦਿਸ਼ਾਵਾਂ ਤੋਂ ਬੜਾ ਭਾਰੀ ਧਨ ਹੁਣ ਉਹਨਾਂ ਦੇ ਘਰ ਵਿੱਚ ਆਉਂਦਾ ਹੈ। ਅਬ ਉਪਾਵ ਹੋਏ ਸਕੈ ਸੰਗ ਚੱਲ, ਹਾਂ, ਹੁਣ ਉਪਾਅ ਕਰ ਤੇ ਹੁਣ ਸਮਾਂ ਵੀ ਹੈ ਉਪਾਅ ਕਰਨ ਵਾਲੇ। ਹੁਣ ਉਪਾਅ ਹੋ ਸਕਦਾ ਹੈ ਮਹਾਂਦੇਵ ਵੀ ਆਪਾਂ ਕੋਈ ਨਾ ਕੋਈ ਹੱਲ ਕਰ ਲਈਏ ਤੇ ਗੁਰਿਆਈ ਅਰਜਨ ਦੇਵ ਤੋਂ ਲੈ ਲਈਏ। ਇਸ ਲਈ ਮੇਰੀ ਇਹ ਤੈਨੂੰ ਦਰਖਾਸਤ ਹੈ ਵੀ ਚੱਲ ਮੇਰੇ ਨਾਲ, ਆਪਾਂ ਦਿੱਲੀ ਚੱਲੀਏ। ਕਿਉਂ ਚੂਕਤ ਚਿਤ ਚੌਕ ਸੋਚੀਨ, ਹਾਂ, ਕਿਉਂ ਤੂੰ ਇਸ ਮੌਕੇ ਨੂੰ ਚੁੱਕਦਾ, ਭਾਵ ਇਸ ਮੌਕੇ ਤੋਂ ਮਹਾਂਦੇਵ ਤੂੰ ਕਿਉਂ ਉਕ ਰਿਹਾ ਹੈ? ਚਿੱਤ ਵਿੱਚ ਚੈਨ ਜਾਣ ਵੀ ਇਸੇ ਵਿੱਚ ਹੀ ਆਪਣਾ ਸੁੱਖ ਛੁਪਿਆ। ਚੱਲ ਚੱਲੀਏ ਸਾਵਧਾਨ ਹੋ ਕਰਕੇ, ਕਿਉਂ ਡੋਲਦਾ ਤੂੰ? ਮੇਰੇ ਨਾਲ ਚੱਲ, ਦਿੱਲੀ ਮੁਕੱਦਮਾ ਕਰ ਦਈਏ। ਤੇਰੋ ਅਧਿਕ ਪ੍ਰਤਾਪ ਵਧੈ ਗੋ, ਕਿਉਂਕਿ ਵੇਖੀ ਮਹਾਂਦੇਵ, ਜਦੋਂ ਮੇਰੇ ਨਾਲ ਦਿੱਲੀ ਜਾਵੇਂਗਾ ਤੇ ਤੇਰਾ ਬਹੁਤ ਤੇਜ ਪ੍ਰਤਾਪ ਵਧਾ ਦੇਵਾਂਗਾ ਮੈਂ, ਬੜਾ ਤੇਰਾ ਪ੍ਰਤਾਪ ਵੱਧ ਜਾਵੇਗਾ। ਹਮ ਪੀ ਤੁਝ ਤੇ ਹੋਵੈ ਹੀਨ, ਕਿਉਂਕਿ ਜਦੋਂ ਜਹਾਂਗੀਰ ਨੂੰ ਕਹਿ ਕਵਾ ਕੇ ਤੈਨੂੰ ਗੁਰੂ ਬਣਾ ਦਿੱਤਾ ਨਾ, ਤੇ ਮਹਾਂਦੇਵ ਮੈਂ ਵੀ ਚਾਹੇ ਤੇ ਉਥੋਂ ਉਮਰ 'ਚ ਵੱਡਾ ਹੀ ਆ, ਪਰ ਮੈਂ ਵੀ ਤੇਰੇ ਅੱਗੇ ਛੋਟਾ ਪੈ ਜਾਵਾਂਗਾ। ਤੁਝ ਪਰ ਮੈਂ ਸੋ ਪ੍ਰਸੰਨ ਅਧਿਕ ਨਿਤ, ਕਿਉਂਕਿ ਮੈਂ ਤੇਰੇ ਤੇ ਬੜਾ ਪ੍ਰਸੰਨ ਖੁਸ਼ ਰਹਿੰਦਾ ਹਾਂ। ਮੈਂ ਆਪਣੇ ਛੋਟੇ ਭਰਾ ਮਹਾਂਦੇਵ ਜਿਹੜਾ ਭੋਲਾ ਸੁਭਾਅ ਦਾ, ਇਹ ਮਹਾਂਦੇਵ ਤੁਹਾਡੇ ਤੇ ਬਹੁਤ ਮੇਰੀ ਖੁਸ਼ੀ ਰਹਿੰਦੀ ਹੈ। ਗੁਰੂ ਬਨਹਿ ਬੈਠਾ ਹੈ ਦੁੱਤ ਲੀਨ, ਤੇ ਮੈਂ ਵੀ ਖੁਸ਼ ਹੋਵਾਂਗਾ ਵੀ ਮੇਰਾ ਛੋਟਾ ਭਰਾ ਮਹਾਂਦੇਵ ਹੁਣ ਗੁਰੂ ਬਣਿਆ ਤੇ ਬੜੀ ਸ਼ੋਭਾ ਲੈ ਰਿਹਾ ਹੈ। ਚਾਹੋਂ ਦੇਸ਼ ਕੀ ਸੰਗਤ ਮਿਲ ਪੂਜੈ ਹੈ, ਵੇਖੀ ਫਿਰ ਚਾਰ ਦਿਸ਼ਾਵਾਂ ਦੀਆਂ ਸੰਗਤਾਂ ਆਣ ਕੇ ਤੈਨੂੰ ਪੂਜਿਆ ਕਰਨਗੀਆਂ। ਅਨੇਕ ਉਪਾਇਨ ਅਰਪਨ ਕੀਨ, ਤੇ ਬੜੀਆਂ ਭੇਟਾਵਾਂ ਲਿਆ ਕੇ ਤੇਰੇ ਚਰਨੀ ਰੱਖ ਮੱਥੇ ਟੇਕੇ ਜਾਣਗੇ। ਛਲਕਾਰੀ ਔਰ ਕਪਟ ਕਰਹਿ ਨਿਤ, ਜਿਹੜੇ ਅਰਜਨ ਦੇਵ ਬੜੇ ਛਲ ਵਾਲੇ, ਹੁਣ ਸਾਧ ਸੰਗਤ ਜੀ, ਉਹ ਹੈ ਤਾਂ ਆਪਦਾ ਹੀ ਸੁਭਾਅ ਇਹੋ ਜਿਹਾ ਨਾ, ਉਹ ਕਹਿੰਦੇ ਆ ਨਾ, ਜੋ ਮਨ ਦੇਖੈ ਪਰ ਮਨ ਤੈਸਾ, ਵੀ ਜਿਹੋ ਜਿਹਾ ਸਾਧ ਸੰਗਤ ਜੀ ਆਪਦੇ ਅੰਦਰ ਹੁੰਦਾ, ਉਹੋ ਜਿਹਾ ਗਾਂਧੀ ਦਾ ਜਿਵੇਂ ਇੱਕ ਉਹ ਵਿਅੰਜਨਾ ਬਿਰਤੀ ਹੁੰਦੀ ਹੈ। ਉਹ ਕਹਿੰਦਾ, ਜਿਵੇਂ ਕਿਸੇ ਨੂੰ ਉਹਨੇ ਆਖਿਆ, ਕਹਿੰਦੇ ਆਖੇ ਤੇਰੇ ਮੁਖ ਤੋਂ ਮੂਰਖਤਾ ਭਾਸਦੀ ਹੈ, ਵੀ ਤੂੰ ਮੂਰਖ ਹੈ। ਉਹ ਅੱਗੋਂ ਕਹਿੰਦਾ ਜੀ, ਚਿਹਰਾ ਜਿਹੜਾ ਨਾ ਉਹ ਸ਼ੀਸ਼ੇ ਵੱਤ ਹੁੰਦਾ ਹੈ। ਤੇ ਉਹ ਵਿਅੰਜਨਾ ਬਿਰਤੀ ਭਾਵ ਵੀ ਜਿਵੇਂ ਸ਼ੀਸ਼ੇ ਵਿੱਚ ਉਹ ਹੀ ਦੀਦਾ ਨਾ ਜਿਹੜਾ ਅੱਗੇ ਹੋਵੇ ਸ਼ੀਸ਼ੇ ਦੇ। ਇਸ ਤਰ੍ਹਾਂ ਪ੍ਰਿਥੀ ਚੰਦ ਦਾ ਹਾਲ ਹੈ ਵੀ ਪ੍ਰਿਥੀ ਚੰਦ ਹੁਣ ਹੈ ਤਾਂ ਆਪ ਖੋਟਾ, ਤੇ ਆਪਣੋ ਚਿਤ ਦੁਰਾਸ਼ ਭਇਓ ਪਰ ਅਵਗੁਣ ਦਰਸੰਤ, ਦ੍ਰਿਗ ਦੋਸ਼ ਕੇ ਪ੍ਰਗਟ ਜਿਉ ਬੇਬਸਾਸ ਗਗਨ ਲਹੰਤ। ਵਿਦਾਂਤ ਕਹਿੰਦਾ ਜਦੋਂ ਆਪਦੇ ਅੱਖਾਂ
ਵਿੱਚ ਕੋਈ ਦੋਸ਼ ਪੈ ਜਾਵੇ ਵੇਖਣ ਮਾਤਰ ਵੇਖਣ ਵਿੱਚ, ਤੇ ਫਿਰ ਚੰਦਰਮਾ ਸੰਸਾਰ ਵਿੱਚ ਦੋ ਦਿਸਦੇ ਆ ਅਸਮਾਨ ਵਿੱਚ, ਵੀ ਦੋ ਸ਼ਾਇਦ ਚੰਦਰਮਾ ਜਦੋਂ ਅੱਖਾਂ ਖਰਾਬ ਹੋਣ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਹੁਣ ਚੰਦਰਮਾ ਦੋ ਹੈ। ਇਸ ਤਰ੍ਹਾਂ ਹੀ ਹੁਣ ਪ੍ਰਿਥੀ ਚੰਦ ਦਾ ਦੋਸ਼ ਤਾਂ ਆਪਦਾ ਹੈ, ਮਨ ਆਪਦਾ ਸਾਫ਼ ਨਹੀਂ। ਕਹਿੰਦਾ ਮਹਾਂਦੇਵ ਤੂੰ ਭੋਲਾ ਹੈ, ਤੈਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਵੀ ਸਾਡੇ ਭਰਾ ਜਿਹੜੇ ਅਰਜੁਨ ਦੇਵ ਹੈ ਉਹ ਬੜਾ ਛਲ ਕਰਦੇ, ਰਿੱਧ ਵਿੱਚ ਕਪਟ ਰੱਖਦੇ ਹਨ ਤੇ ਬਹੁਤ ਧੋਖਾ ਤੇ ਚਲਾਕੀ ਕਰਨ ਵਾਲੇ ਹੈ। ਮੋਹੇ ਨਾਨੀ ਕੋ ਲਾਗੈ ਹੈ ਸੋਏ, ਜਿਸ ਕਰਕੇ ਅਰਜੁਨ ਦੇਵ ਮੈਨੂੰ ਚੰਗੇ ਨਹੀਂ ਲੱਗਦੇ ਹਨ ਬਿਲਕੁਲ ਵੀ। ਪੇਖ ਸਰੂਪ ਕੰਟਕ ਚਖ ਚੁਬਤੇ, ਬਸ ਅਰਜੁਨ ਦੇਵ ਤਾਂ ਮੈਨੂੰ ਦਿਸਣ ਨਾ, ਉਹਨਾਂ ਦਾ ਸਰੂਪ ਵੇਖ ਕੇ ਤਾਂ ਮੈਨੂੰ ਐਂ ਲੱਗਦਾ ਜਿਵੇਂ ਕੰਡਾ ਚੁਭਦਾ ਹੈ ਨਾ, ਮੇਰੇ ਛਾਤੀ ਵਿੱਚ ਕੰਡੇ ਵਾਂਗੂ ਅਰਜੁਨ ਦੇਵ ਚੁਭਦੇ ਹਨ। ਚਿਤ ਮਹਿ ਚਹਿਤ ਨਾ ਚਿਤ ਬਨ ਹੋਏ, ਤੇ ਸੱਚ ਦੱਸਾਂ ਮੈਂ ਚਿੱਤ ਕਰਕੇ ਚਾਹੁੰਦਾ ਨਹੀਂ ਵੀ ਮੈਨੂੰ ਚੇਤਾ ਵੀ ਆਵੇ ਅਰਜੁਨ ਦੇਵ ਦਾ। ਮੈਂ ਅਰਜੁਨ ਦੇਵ ਦੇ ਮੱਥੇ ਲੱਗ ਕੇ ਖੁਸ਼ ਨਹੀਂ ਹਾਂ। ਸੋ ਜਾਸ ਬਾਕ ਤਿਸ ਕੇ ਆਤ ਤੀਖਨ, ਤੇ ਜਿਹੜੇ ਕੋਈ ਸੋਭਾ ਕਰ ਦਿੰਦਾ ਨਾ ਮੇਰੇ ਕੋਲ ਆ ਕੇ ਅਰਜੁਨ ਦੇਵ ਦੀ, ਉਹ ਜਿਹੜੀ ਸੋਭਾ ਵਾਲੇ ਬਚਨ ਹੁੰਦੇ ਉਹ ਤਿੱਖੇ ਤੀਰਾਂ ਵਰਗੇ ਲੱਗਦੇ ਆ ਮੈਨੂੰ। ਅਰਜੁਨ ਦੇਵ ਦੀ ਕੋਈ ਸੋਭਾ ਕਰੇ ਮਾਨੋ ਮੈਨੂੰ ਤੀਰ ਮਾਰਦਾ ਹੋਵੇ। ਬਾਨ ਕਮਾਨ ਬਾਨ ਸਮਾਨ ਕਾਨ ਲੱਗ ਦੋਏ, ਉਹ ਦੋਵਾਂ ਕੰਨਾਂ ਵਿੱਚ ਐਉਂ ਲੱਗਦੇ ਵੀ ਜਿਵੇਂ ਕੋਈ ਮੈਨੂੰ ਤੀਰ ਮਾਰਦਾ ਹੋਵੇ। ਉਹ ਬੋਲ ਅਰਜੁਨ ਦੇਵ ਦੀ ਸੋਭਾ ਜਿਵੇਂ ਤੂੰ ਕਰਦਾ ਨਾ ਮਹਾਂਦੇਵ, ਇਹ ਤੇਰੀ ਕੀਤੀ ਸੋਭਾ ਅਰਜੁਨ ਦੇਵ ਮਹਾਰਾਜ ਦੀ, ਉਹ ਮੈਨੂੰ ਐਉਂ ਲੱਗਦੀ ਹੈ ਵੀ ਜਿਵੇਂ ਮੇਰੇ ਕੋਈ ਤੀਰ ਮਾਰਦਾ ਹੋਵੇ। ਰਿਦ ਕੋ ਬੇਧਤ ਕਰਕਤ ਨਿਸ ਦਿਨ, ਹਾਂ, ਉਹ ਜਦੋਂ ਵੀ ਤੂੰ ਸੋਭਾ ਕਰਦਾ ਜਾਂ ਕੋਈ ਹੋਰ ਸੋਭਾ ਕਰਦਾ ਨਾ ਅਰਜੁਨ ਦੇਵ ਦੀ, ਤੇ ਉਦੋਂ ਮੇਰੇ ਹਿਰਦੇ ਵਿੱਚ ਉਹ ਬੋਲ ਰੜਕਦੇ ਆ ਤੇ ਉਹ ਤੀਰਾਂ ਵਰਗੇ ਬੋਲ ਮੇਰਾ ਕਲੇਜਾ ਵਿੰਨ ਜਾਂਦੇ। ਭਾਵ ਵੀ ਮੈਨੂੰ ਗੁਰੂ ਅਰਜਨ ਦੇਵ ਦੀ ਸੋਭਾ ਬਿਲਕੁਲ ਚੰਗੀ ਨਹੀਂ ਲੱਗਦੀ ਵੈ। ਤਿਹ ਸੁਨ ਬਚਨ ਈਸੀ ਸਾਮ ਜੋਏ, ਉਹ ਸੁਣ ਕੇ ਨਾ ਸੋਭਾ ਦੇ ਬਚਨ ਤੇਰੇ ਅਰਜਨ ਦੇਵ ਦੀ ਤੂੰ ਸੋਭਾ ਕਰਦਾ ਹੈ ਤੇ ਮੇਰਾ ਆਹ ਹਾਲ ਹੁੰਦਾ ਤੈਨੂੰ ਦੱਸਿਆ ਜੋ। ਮਹਾਦੇਵ ਤੇਰੋ ਵੱਡ ਕਾਰਜ ਹਮਰੇ, ਆਖਿਆ ਮਹਾਦੇਵ ਤੇਰਾ ਜਿਹੜਾ ਵੱਡਾ ਕਾਰਜ ਹੈ ਨਾ, ਇਹ ਮੇਰੀ ਗੱਲ ਯਾਦ ਰੱਖ ਵੀ ਤੇਰਾ ਕਾਰਜ ਜਿਹੜਾ ਬੜਾ ਵੱਡਾ ਗੁਰਤਾ ਪ੍ਰਾਪਤੀ ਦਾ। ਹਮਰੇ ਬਾਦ ਪਰੇ ਬਨ ਆਏ, ਸਾਡੇ ਝਗੜੇ ਦੇ ਵਿੱਚੋਂ ਹੀ ਤੇਰਾ ਕੰਮ ਬਣ ਜਾਣਾ, ਤੈਨੂੰ ਗੁਰਤਾ ਮਿਲ ਜਾਣੀ। ਸਾਡੇ ਦੋਹਾਂ ਦੇ ਝਗੜੇ ਵਿੱਚੋਂ ਤੇਰਾ ਵੱਡਾ ਫਾਇਦਾ ਹੋ ਜਾਵੇਗਾ। ਜਿਉ ਕਿਉ ਕਰ ਦੇ ਤਹ ਵਡਿਆਈ, ਹਾਂ, ਜਿਵੇਂ ਕਿਵੇਂ ਕਰਕੇ ਮੈਂ ਜਹਾਂਗੀਰ ਤੋਂ ਤੈਨੂੰ ਬੜੀ ਵਡਿਆਈ ਗੁਰਤਾ ਦਿਵਾ ਦੇਵਾਂਗਾ। ਸ਼ਾਹ ਨਿਕਟ ਗੁਣ ਵੱਡੇ ਸੁਨਾਏ, ਮੈਂ ਉਹ ਜਹਾਂਗੀਰ ਬਾਦਸ਼ਾਹ ਦੇ ਕੋਲ ਤੇਰੇ ਬੜੇ ਗੁਣ ਗਾਵਾਂਗਾ ਵੀ ਅਰਜੁਨ ਦੇਵ ਤਾਂ ਝੂਠ ਬੋਲਦੇ ਆ, ਗੁਰੂ ਬਣੇ ਹੋਏ ਆ ਚਲਾਕੀ ਨਾਲ। ਅਸਲੀ ਗੁਰਤਾ ਦੇ ਹੱਕਦਾਰ ਤਾਂ ਮੇਰੇ ਭਰਾ ਤਾਂ ਮਹਾਂਦੇਵ ਹੈ, ਬੜੇ ਗੁਣਾਂ ਦੇ ਮਾਲਕ ਹੈ। ਇਸ ਤਰ੍ਹਾਂ ਮੈਂ ਬੜੇ ਗੁਣ ਗਾ ਕੇ ਉਹਨੂੰ ਸੁਣਾਵਾਂਗਾ ਜਹਾਂਗੀਰ ਤਾਈਂ। ਖਰ ਚੌਂਦਰਬ ਆਪ ਨੂੰ ਮੈਂ ਸਭ, ਤੇ ਮੁਕੱਦਮੇ ਤੇ ਮੈਂ ਸਾਰਾ ਤੇਰਾ ਦੁੱਖੀ ਨਹੀਂ ਲੱਗਣ ਦਿੰਦਾ। ਸਾਰਾ ਪੈਸਾ ਜਿਹੜਾ ਨਾ ਪ੍ਰਿਥੀ ਚੰਦ ਕਹਿੰਦਾ ਮੈਂ ਆਪਦੇ ਕੋਲੋਂ ਖਰਚਾਂਗਾ। ਜਹਾਂ ਦਿਨ ਕਾਰਜ ਬਨ ਜਾਏ, ਜਿੱਥੇ ਵੀ ਪੈਸਾ ਦੇਣ ਦਾ ਕੰਮ ਬਣਿਆ ਨਾ ਜਾਂ ਕਾਰਜ ਬਣਾਉਣ ਵਾਸਤੇ ਕੋਈ ਵੱਡੀ ਦੇਣੀ ਪਈ, ਰਿਸ਼ਵਤ ਅਮੀਰਾਂ ਵਜ਼ੀਰਾਂ ਨੂੰ ਦੇਣੀ ਪਈ, ਮਹਾਂਦੇਵ ਮੈਂ ਸਾਰੇ ਪੈਸੇ ਆਪ ਕੋਲੋਂ ਭਰਾਂਗਾ। ਝਗੋਰ ਮੈਂ ਜਹ ਹੋਏ ਅਦਾਲਤ, ਤੇ ਅਦਾਲਤ ਵਿੱਚ ਮੈਂ ਅੱਗੇ ਹੋ ਕੇ ਵਕੀਲ ਕਰਕੇ ਝਗੜਾ ਕਰਾਂਗਾ, ਮੁਕੱਦਮਾ ਲੜਾਂਗਾ। ਤੁਮ ਬੈਠੇ ਰਹੋ ਸਹਿਜ ਸੁਭਾਏ, ਵੀ ਤੈਨੂੰ ਹੁਣ ਲਾਲਚ ਦਿੰਦਾ ਨਾ ਵੀ ਤੈਨੂੰ ਮਹਾਂਦੇਵ ਕੁਝ ਨਹੀਂ ਕਰਨ ਦੀ ਲੋੜ, ਤੂੰ ਕੱਲਾ ਮੇਰੇ ਨਾਲ ਦਿੱਲੀ ਜਾਣਾ ਬਸ, ਤੇ ਉੱਥੇ ਤੈਨੂੰ ਗੁਰਤਾ ਦਵਾ ਦਿਆਂਗਾ। ਝਗੜਾ ਵੀ ਮੈਂ, ਮੁਕੱਦਮਾ ਵੀ ਮੈਂ ਲੜਾਂਗਾ, ਤੇ ਜਿੰਨੇ ਬੰਦੇ ਉੱਥੇ ਮਾਇਆ ਮੰਗਣਗੇ, ਕੋਈ ਵੱਡੀ ਦੇਣੀ ਪਈ ਅਮੀਰਾਂ ਵਜ਼ੀਰਾਂ ਨੂੰ, ਉਹ ਵੀ ਮੈਂ ਦੇਵਾਂਗਾ। ਤੂੰ ਬਸ ਸਿਰਫ ਤੇ ਸਿਰਫ ਆਨੰਦ ਨਾਲ ਬੈਠੇ ਰਹਿਣਾ, ਇੱਕ ਵਾਰੀ ਮੇਰੇ ਨਾਲ ਦਿੱਲੀ ਜਾਣਾ ਪੈਣਾ ਹੈ। ਸੁਨਕਾਰ ਮਹਾਦੇਵ ਕਾਰ ਜੋਰੇ, ਪ੍ਰਿਥੀ ਚੰਦ ਦੀ ਇਹੋ ਜੀ ਗੱਲ ਸੁਣ ਕੇ ਕਵੀ ਜੀ ਕਹਿੰਦੇ ਬਾਬਾ ਮਹਾਦੇਵ ਜੀ ਨੇ ਤਾਂ ਹੱਥ ਜੋੜ ਲਏ ਐ। ਵੱਡੋ ਭਰਾਤ ਬੇਨਤੀ ਮਾਨ ਮਮ ਮਾਨ, ਆਖਿਆ ਹੈ ਮੇਰੇ ਵੱਡੇ ਭਰਾ ਪ੍ਰਿਥੀ ਚੰਦ ਨਾ ਇਦਾਂ ਕਰ,
ਮੇਰੀ ਇੱਕ ਵਾਰੀ ਇਹ ਬੇਨਤੀ ਮੰਨ ਲੈਣਾ ਕਰ। ਤਜਹਾ ਬਿਰੋਧ ਮਿਲਹੁ ਘਰ ਮਾਹੂ। ਆਪਦੇ ਮਨ ਚੋਂ ਈਰਖਾ ਵਿਰੋਧ ਝਗੜਾ ਛੱਡ ਦੇ, ਚੱਲ ਮੇਰੇ ਨਾਲ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਵਾਰੀ ਮਿਲ ਕੇ ਆ ਹੁਣੇ ਹੀ। ਅਪਰ ਨਹੀਂ ਇਸ ਬਾਤ ਸਮਾਨ। ਵੀ ਇਸ ਗੱਲ ਦੇ ਸਮਾਨ ਹੋਰ ਕੋਈ ਵੱਡੀ ਗੱਲ ਨਹੀਂ। ਜੇ ਤੂੰ ਆਖੇ ਨਾ ਵੀ ਮੇਰਾ ਫਾਇਦਾ ਉੱਥੇ ਬੜਾ ਹੋ ਜਾਣਾ, ਸਭ ਤੋਂ ਵੱਡੀ ਫਾਇਦੇ ਵਾਲੀ ਤੇ ਭਲੇ ਦੀ ਗੱਲ ਇਹ ਹੀ ਹੈ ਵੀ ਚੱਲ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਲੱਗ ਜਾ ਤੂੰ। ਪੂਰਬ ਪਿਤਾ ਕਰੀ ਤੇਹ ਸਿਮਰਾਹ। ਬਾਕੀ ਪ੍ਰਿਥੀ ਚੰਦ ਮਾੜਾ ਮੱਤ ਨੂੰ ਹੱਥ ਮਾਰ ਵੀ ਧੰਨ ਧੰਨ ਗੁਰੂ ਰਾਮਦਾਸ ਪਿਤਾ ਜੀਆਂ ਨੇ ਜਿਹੜੀ ਗੁਰਤਾ ਤੇਰੇ ਮੇਰੇ ਸਾਹਮਣੇ ਅਰਜਨ ਦੇਵ ਨੂੰ ਦਿੱਤੀ, ਉਹ ਇੱਕ ਵਾਰੀ ਵੇਲਾ ਵਿਚਾਰਨਾ ਕਰ। ਜੀਅਤ ਆਪ ਹੀ ਕੀਨ ਮਹਾਨ। ਵੀ ਤੈਨੂੰ ਯਾਦ ਹੋਵੇਗਾ ਵੀ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਦੇ ਕੇ ਮਹਾਨ ਬਣਾਇਆ ਸਾਡੇ ਛੋਟੇ ਭਰਾਤਾ ਨੂੰ। ਹਮ ਤੁਮ ਕਰਤ ਬਿਲੋਕਣ ਤਬ ਹੂੰ। ਉਦੋਂ ਤੂੰ ਹੀ ਵੇਖਿਆ ਸੀ ਤੇ ਮੈਂ ਵੀ ਵੇਖਿਆ ਸੀ। ਸਾਰੀ ਸੰਗਤ ਬੈਠੀ, ਬਾਬਾ ਬੁੱਢਾ ਸਾਹਿਬ ਜੀ ਵੀ ਜਿਉਂਦੇ ਜਾਗਦੇ ਐ, ਭਾਈ ਗੁਰਦਾਸ ਜੀ ਆਪਣੇ ਮਾਮਾ ਲੱਗਦੇ ਐ, ਉਹ ਵੀ ਜਿਉਂਦੇ ਜਾਗਦੇ ਐ। ਸਾਰੀਆਂ ਸੰਗਤਾਂ ਦੇ ਸਾਹਮਣੇ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਇਹ ਗੁਰਤਾ ਦਾ ਤਖਤ ਜਿਹੜਾ ਹੈ ਨਾ ਸਾਡੇ ਭਰਾ ਅਰਜਨ ਦੇਵ ਨੂੰ ਦਿੱਤਾ ਸੀ। ਵਡਿਆਈ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਦਿੱਤੀ ਹੋਈ ਹੈ। ਬੈਠਾਇਓ ਗਾਦੀ ਸੋਭ ਥਾਨ। ਆਪਦੇ ਸ਼੍ਰੇਸ਼ਟ ਥਾਨ ਗੁਰਤਾ ਗੱਦੀ ਸਿੰਘਾਸਣ ਤੇ ਬਿਠਾਉਣਾ ਕੀਤਾ ਸੀ। ਛਲ ਬਾਲ ਕੋ ਕਰ ਆਪ ਨਾ ਲੀਨੀ। ਹਾਂ, ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਧੋਖਾ ਛਲਬਲ ਨਹੀਂ ਕੀਤਾ ਜਿਵੇਂ ਤੂੰ ਆਣਾ ਵੀ ਧੋਖਾ ਕੀਤਾ ਐਸਾ ਵੈਸਾ। ਕੋਈ ਧੋਖਾ, ਕੋਈ ਛਾਲ, ਕੋਈ ਧੱਕਾ ਫਰੇਬ ਨਹੀਂ ਕੀਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਸੇਵਾ ਕਰਤੋ ਰਹਿਓ ਪਿਤ ਪਾਸ। ਉਹਨਾਂ ਨੂੰ ਗੁਰਤਾ ਮਿਲੀ ਤਾਂ ਕਿਉਂਕਿ ਉਹ ਪਿਤਾ ਜੀ ਦੇ ਪਾਸ ਰਹਿ ਕੇ ਆਗਿਆ ਮੰਨੀ ਉਹਨਾਂ ਨੇ। ਆਪਾਂ ਦੋਹਣੇ ਨਾ ਮੰਨੀ, ਉਹਨਾਂ ਆਗਿਆ ਮੰਨੀ ਤੇ ਦੂਜੀ ਬੜੀ ਡਾਢੀ ਸੇਵਾ ਕੀਤੀ ਹੈ ਸੀ। ਤੈਨ ਰਜਾਏ ਮਹਿ ਰਾਜੀ ਰਹਿਣ। ਤੂੰ ਵੀ ਅੱਗੋਂ ਬੋਲਦਾ ਸੀ ਗੁਰੂ ਰਾਮਦਾਸ ਮਹਾਰਾਜ ਨੂੰ, ਮੈਂ ਵੀ ਨਹੀਂ ਉਹਨਾਂ ਦੀ ਗੱਲ ਮੰਨੀ ਕਦੇ। ਯਾਦ ਹੈ ਨਾ ਲਾਹੌਰ ਤਾਇਆ ਸੰਘਾਰੀ ਮੱਲ ਦੇ ਪੁੱਤਰ ਦੇ ਵਿਆਹ ਦੀ ਗੱਲ ਤੈਨੂੰ? ਉੱਥੇ ਵੇਖ ਲਾ, ਫਿਰ 2 ਸਾਲ 2.5 ਸਾਲ ਅਰਜਨ ਦੇਵ ਨਹੀਂ ਮੁੜੇ ਸੀ ਉੱਥੋਂ। ਸਦਾ ਪਿਤਾ ਦੀ ਆਗਿਆ ਵਿੱਚ ਉਹ ਰਾਜੀ ਰਹੇ ਸਨ। ਇਤੀਆ ਦੇਖੋ ਜਿਸ ਮਹਿ ਗੁਣ ਰਾਸ। ਉਹ ਅਰਜਨ ਦੇਵ ਛੋਟੇ ਭਰਾ ਤਾਂ ਸਤਿਗੁਰੂ ਜਿਨ੍ਹਾਂ ਵਿੱਚ ਇਸ ਤੋਂ ਬਾਅਦ ਹੋਰ ਬੜੇ ਗੁਣਾਂ ਦੀ ਪੂੰਜੀ ਹੈ। ਰਹਿ ਅਨੁਸਾਰ ਨਾ ਆਪ ਜਨਾਇਆ। ਉਹ ਸਦਾ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਅਨੁਸਾਰ ਹੀ ਰਹੇ ਹੈ, ਕਦੇ ਆਪਾ ਨਹੀਂ ਜਣਾਇਆ, ਕਦੇ ਅੱਗੋਂ ਨਹੀਂ ਬੋਲੇ ਸਨ। ਬਿਨੈ ਕਰਤ ਸਾਮ ਦਾਸਨ ਦਾਸ। ਤੇ ਦਾਸਾਂ ਦੇ ਦਾਸ ਵਾਂਗੂ ਸਦਾ ਹੱਥ ਜੋੜ ਕੇ ਬੇਨਤੀ ਕਰਦੇ। ਤੂੰ ਵੀ ਔਖਾ ਬੋਲਦਾ ਸੀ ਕਦੇ ਕਦੇ, ਤੇ ਮੈਂ ਵੀ ਉਹਨਾਂ ਦੀ ਗੱਲ ਨਾ ਮੰਨੀ ਕਦੇ। ਪਰ ਛੋਟੇ ਭਰਾ ਤਾਂ ਅਰਜਨ ਦੇਵ ਸਦਾ ਹੱਥ ਜੋੜ ਕੇ ਬੜੇ ਨਿਮਰ ਭਾਰ ਵਿੱਚ ਰਹੇ ਤੇ ਉਹਨਾਂ ਦੀ ਹਰੇਕ ਗੱਲ ਖਿੜੇ ਮੱਥੇ ਸੀਸ ਅੱਖਾਂ ਸਿਰ ਅੱਖਾਂ ਤੇ ਮੰਨੀ ਹੈ। ਅਜਰ ਜਰਨ ਆਰ ਕਰਨ ਭਜਨ ਬਾਹ। ਬੜਾ ਭਜਨ ਕਰਨ ਵਾਲੇ ਆ ਅਰਜਨ ਦੇਵ, ਅਜਰਨ ਨੂੰ ਜਰਨ ਵਾਲੇ। ਜੋ ਮਰਜ਼ੀ ਕੁਝ ਹੋਈ ਜਾਵੇ ਪ੍ਰਿਥੀ ਚੰਦ, ਤੂੰ ਵੀ ਕਿੰਨਾ ਕੁਝ ਕੀਤਾ, ਉਦੋਂ ਵੀ ਤੂੰ ਝਗੜਾ ਕੀਤਾ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਦੇ ਬੋਲੇ ਨਹੀਂ। ਨਿਮਰਤਾ ਰੱਖਣ ਵਾਲੇ ਆ। ਅਜਰਨ ਨੂੰ ਨਾ ਜਰੀਆਂ ਜਾਣ ਵਾਲੀਆਂ ਗੱਲਾਂ ਜਰਨ ਵਾਲੇ ਹਨ। ਬਾਹ ਸੇਵਤ ਕਰੇ ਪ੍ਰਸੰਨ ਪਿਤਾ ਸੋ। ਇਸ ਤਰ੍ਹਾਂ ਦੀ ਬੜੀ ਸੇਵਾ ਕਰ ਕਰਕੇ ਸਾਡੇ ਭਰਾਤਾ ਨੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ ਖੁਸ਼ ਕਰ ਲਿਆ ਸੀ। ਬੋਲਣ ਬਨਹਿ ਤੁਮਾਰੋ ਤਬ ਹੂੰ। ਹਾਂ, ਜਦੋਂ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਪਿਤਾ ਜੀ ਨੇ ਫਿਰ ਤਖਤ ਦਿੱਤਾ ਸੀ ਨਾ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ, ਭਰਾਤਾ ਆਪਣੇ ਨੂੰ, ਪ੍ਰਿਥੀ ਚੰਦ ਜਿਹੜੀਆਂ ਗੱਲਾਂ ਤੂੰ ਅੱਜ ਕਰਦਾ ਹੈ ਨਾ, ਉਦੋਂ ਤੈਨੂੰ ਝਗੜਾ ਕਰਨਾ ਚਾਹੀਦਾ ਸੀ। ਉਦੋਂ ਪਿਤਾ ਜੀ ਦੇ ਸਾਹਮਣੇ ਜਿੰਨਾ ਮਰਜ਼ੀ ਰੌਲਾ ਪਾਉਂਦਾ। ਅਬ ਇਸ ਕੋ ਨਹਿ ਬਨਹਿ ਉਪਾਓ। ਤੂੰ ਉਦੋਂ ਮੁਕੱਦਮਾ ਕਰਦਾ ਪਿਤਾ ਜੀ ਦੇ ਸੱਚਖੰਡ ਜਾਣ ਤੋਂ ਪਹਿਲਾਂ। ਹੁਣ ਤੈਨੂੰ ਸੋਭਾ ਨਹੀਂ ਦਿੰਦਾ, ਹੁਣ ਤੂੰ ਜਾ ਜਾ ਕੇ ਦਿੱਲੀ ਮੁਕੱਦਮੇ ਕਰਦਾ ਫਿਰਦਾ ਵੈਂ। ਕਿਉਂ ਆਬ ਬਾਦ ਬਾਦ ਬਾਡ ਬਦਤੇ। ਹਾਂ, ਹੇ ਪ੍ਰਿਥੀ ਚੰਦ ਭਰਾ, ਕਿਉਂ ਹੁਣ ਵਿਅਰਥ ਹੀ ਬਹੁਤ ਭਾਰੀ ਬਾਦ ਝਗੜਾ ਕਰ ਰਿਹਾ ਹੈ, ਵਧਾਉਂਦਾ ਹੈ। ਸ਼ੁਭ ਗੁਣ ਆਬ ਨਿਜ ਮਨ ਮਹਿ ਲਿਆਓ। ਸ਼੍ਰੇਸ਼ਟ ਗੁਣ ਜਿਹੜੇ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗੇ,
ਨਿਮਰਤਾ ਰੱਖ। ਪ੍ਰਿਥੀ ਚੰਦ ਆਪਦੇ ਮਨ ਵਿੱਚ ਲੈ ਕੇ ਆ। ਅਪਰ ਸੋ ਜਸ ਆਰ ਅਪਰ ਪ੍ਰਤਾਪੂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗਾ ਸ਼੍ਰੇਸ਼ਟ ਜਸ ਤੇ ਹੋਰ ਜਿਹੜਾ ਪ੍ਰਤਾਪ ਹੈ। ਸੁਣਕਾਰ ਸਦਾ ਹਿਰਦੇ ਹਰ ਖਾਓ। ਜਾਂ ਜਿਹੜੇ ਸਿਆਣੇ ਲੋਕ ਹੁੰਦੇ ਨਾ ਗੁਰਮੁਖ ਪਿਆਰੇ, ਪ੍ਰਿਥੀ ਚੰਦ ਉਹਨਾਂ ਵਰਗਾ ਸੁਭਾਅ ਕਰ ਤੂੰ ਵੀ ਆਪਦਾ। ਜਿਵੇਂ ਪਰਾਏ ਦੀ ਸੋਭਾ ਸੁਣ ਕੇ ਖੁਸ਼ ਹੋਣਾ, ਪਰਾਏ ਦਾ ਪ੍ਰਤਾਪ ਵਡਿਆਈ ਸੁਣ ਸੁਣ ਕੇ ਸਦਾ ਮਨ ਕਰਕੇ ਜਿਵੇਂ ਗੁਰਮੁਖ ਤੇ ਸਿਆਣੇ ਭਲੇ ਪੁਰਸ਼ ਖੁਸ਼ ਰਹਿੰਦੇ ਐ, ਤੂੰ ਵੀ ਐਸੇ ਤਰ੍ਹਾਂ ਰਹਿਣਾ ਕਰ। ਪਰ ਸੁਖ ਸੰਪਦ ਕਰਹ ਬਿਲੋਕਨ। ਹਾਂ, ਪਰਾਏ ਦੀ ਸੁੱਖ ਨੂੰ ਵੇਖ ਕੇ, ਵਿਭੂਤੀ ਸ਼ਾਨੋ ਸ਼ੌਕਤ ਮਾਲ ਅਸਬਾਬ ਧਨ ਦੌਲਤ ਨੂੰ ਵੇਖ ਕੇ, ਨਿਜ ਸੁਖ ਸਮ ਤਿਸ ਕਰ ਚਿਤ ਚਾਓ। ਹਾਂ ਆਪਦੇ ਸੁਖ ਵੀ ਜਿਵੇਂ ਕਿਸੇ ਨੂੰ ਸੁਖੀ ਵੇਖ ਕੇ ਇਉਂ ਜਾਣਨਾ ਹੈ ਵੀ ਜਿਵੇਂ ਇਹ ਸਾਰਾ ਸੁਖ ਮੈਨੂੰ ਮਿਲਿਆ ਹੋਵੇ, ਖੁਸ਼ ਹੋਣਾ ਹੈ। ਪਰ ਦੁਖ ਦੇਖੋ ਦਇਆ ਕਾਹ ਠਾਨਾ। ਤੇ ਪਰਾਏ ਦਾ ਦੁੱਖ ਵੇਖ ਕੇ ਦਇਆ ਨੂੰ ਧਾਰਨ ਕਰਨਾ ਚਾਹੀਦਾ। ਜੇ ਕੋਈ ਦੁਖੀ ਹੈ ਤੇ ਦੁਖੀ ਨੂੰ ਦੁਖੀ ਵੇਖ ਕੇ ਦੁਖੀ ਹੋਣਾ, ਸੁਖੀ ਨੂੰ ਸੁਖੀ ਵੇਖ ਕੇ ਸੁਖੀ ਹੋਣਾ ਚਾਹੀਦਾ ਹੈ। ਮਾਨਾ ਸਭ ਕੋ ਆਪਣਾ ਸਮਾਨ। ਸਾਰਿਆਂ ਦੇ ਸੁੱਖ ਨੂੰ ਦੁੱਖ ਨੂੰ ਆਪਦੇ ਵਾਂਗੂ ਜਾਣਨਾ, ਵੀ ਉਹਦੇ ਵਿੱਚ ਵੀ ਜਾਣ ਹੈ ਭਾਈ। ਜੇ ਕੋਈ ਦੁਖੀ ਹੈ ਤੇ ਪ੍ਰਿਥੀ ਚੰਦ ਨੂੰ ਵੇਖ ਕੇ ਦੁਖੀ ਹੋਣਾ ਚਾਹੀਦਾ। ਇਹ ਸ਼੍ਰੇਸ਼ਟ ਗੁਰਮੁਖਾਂ ਦੀ ਕਰਨੀ ਧਰਨੀ ਹੈ। ਤੇ ਜੇ ਕੋਈ ਦੁਖੀ ਹੈ ਉਹਨੂੰ ਵੇਖ ਕੇ ਦੁਖੀ ਹੋਣਾ ਚਾਹੀਦਾ ਹੈ, ਸੁਖੀ ਨੂੰ ਵੇਖ ਕੇ ਸੁਖੀ ਹੋ ਜਾਣਾ ਚਾਹੀਦਾ ਹੈ, ਖੁਸ਼ ਹੋਣਾ ਚਾਹੀਦਾ ਹੈ। ਇਸ ਗੁਰਮੁਖ ਸੰਤਨ ਕੋ ਮਾਰਗ। ਇਹ ਗੁਰਮੁਖਾਂ ਦਾ ਮਾਰਗ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਦੱਸਿਆ ਹੋਇਆ ਗੁਰਮੁਖਾਂ ਵਾਲਾ, ਪ੍ਰੇਮੀਆਂ ਵਾਲਾ, ਸਤ ਸੰਗੀਆਂ ਵਾਲਾ, ਭਗਤਾਂ ਵਾਲਾ ਮਾਰਗ ਹੈ। ਸੀ ਪਰ ਲੋਕ ਲਹਿ ਸਨਮਾਨ। ਜਿਹੜੇ ਇਸ ਰਸਤੇ ਤੇ ਚੱਲਦੇ ਆ ਨਾ, ਦੂਜਿਆਂ ਨੂੰ ਸੌਖਿਆਂ ਨੂੰ ਵੇਖ ਕੇ ਸੁਖੀ ਹੁੰਦੇ ਆ, ਦੁਖੀਆਂ ਨੂੰ ਵੇਖ ਕੇ ਦੁਖੀ ਹੁੰਦੇ ਆ। ਪ੍ਰਿਥੀ ਚੰਦ ਪਰਲੋਕ ਲੋਕ ਵਿੱਚ ਉਹ ਗੁਰਮੁਖ ਪਿਆਰੇ ਸਦਾ ਸਨਮਾਨ ਪ੍ਰਾਪਤ ਕਰਦੇ ਆ, ਉਹਨਾਂ ਨੂੰ ਸਦਾ ਸਤਿਕਾਰ ਮਿਲਦਾ ਹੈ। ਬੇਮੁਖ ਸਾਕਤ ਕੋ ਮਨ ਅਵਗੁਣ। ਪਰ ਜਿਹੜੇ ਬੇਮੁਖ ਲੋਕ ਹੁੰਦੇ ਆ ਪਰਮੇਸ਼ਰ ਤੋਂ, ਉਹ ਉਹਨਾਂ ਦੇ ਮਨ ਵਿੱਚ ਸਦਾ ਹੀ ਅਵਗੁਣ ਭਰੇ ਹੁੰਦੇ ਆ। ਸੋ ਤਿਆਗਹ ਨਹਿ ਕਬੇਹੂ ਠਾਨ। ਉਹ ਨਹੀਂ ਆਪਾਂ ਧਾਰਨ ਕਰਨੇ। ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਹਾਂ। ਆਪਾਂ ਅਵਗਣਿਆਰੇ ਪਾਮਰ ਪਾਪੀ ਪੁਰਸ਼ਾਂ ਵਾਲੇ ਅਵਗਣ ਨਹੀਂ ਧਾਰਨ ਕਰਨੇ ਆ। ਸੁਨ ਹੈ ਅਪਰ ਜਾਸ ਤਪ ਹੈ ਅਧਿਕ ਤਿਸ। ਕਿਉਂਕਿ ਬੇਮੁਖ ਲੋਕ ਹੁੰਦੇ ਨਾ ਜਿਹੜੇ ਸਾਕਤ ਮਾਇਆ ਦੇ ਪੁਜਾਰੀ, ਉਹ ਕਿਸੇ ਦੀ ਵਡਿਆਈ ਸੁਣ ਸੁਣ ਕੇ ਬੜਾ ਤਪਦੇ ਆ, ਉਹਨਾਂ ਨੂੰ ਗੁੱਸਾ ਚੜ੍ਹਦਾ ਹੈ। ਨਿਸਬਾਸੁਰ ਚਿੰਤਾ ਗਲ ਤਨ। ਦੂਜਿਆਂ ਦੀ ਸੋਭਾ ਸੁਣ ਸੁਣ ਕੇ ਦਿਨ ਰਾਤ ਹੀ ਚਿੰਤਾ ਦੇ ਵਿੱਚ ਗਰਸੇ ਰਹਿੰਦੇ ਹਨ। ਅਪਰਨ ਕੈ ਸੰਪਦ ਸੁਖ ਦੇਖੈ ਤੇ ਹੈ। ਹੋਰਾਂ ਦੇ ਘਰਾਂ ਵਿੱਚ ਸੁਖ ਵੇਖ ਕੇ ਤੇ ਧਨ ਦੌਲਤ ਵੇਖ ਕੇ, ਸ਼ਾਨੋ ਸ਼ੌਕਤ, ਉਹਨਾਂ ਦਾ ਸੁਖ ਵੇਖ ਵੇਖ ਕੇ ਬਹੁਤਾ। ਨਾਹਕ ਦੁਖ ਤਿਨ ਕੇ ਉਪਜਾਏ। ਐਵੇਂ ਨਹਾਕੀ ਦੁਖੀ ਹੋਈ ਜਾਂਦੇ ਆ, ਵਿਅਰਥੀ ਉਹਨਾਂ ਦੇ ਮਨ ਵਿੱਚ ਦੁੱਖ ਪੈਦਾ ਹੁੰਦਾ। ਕਿਸੇ ਦਾ ਘਰ ਵਿੱਚ ਵਿਭੂਤੀ ਮਾਇਆ ਦੌਲਤ ਵੇਖ ਵੇਖ ਕੇ ਬਾਬਾ ਮਹਾਂਦੇਵ ਜੀ ਕਹਿੰਦੇ ਪ੍ਰਿਥੀ ਚੰਦ ਪਾਮਰ ਤੇ ਮਨਮੁਖਾਂ ਦੀ, ਬੇਮੁਖਾਂ ਦੀ ਨਿਸ਼ਾਨੀ ਹੁੰਦੀ ਹੈ। ਕਿਸੇ ਦਾ ਘਰ ਸੁਖ ਵੇਖ ਵੇਖ ਕੇ ਤਪਦੇ ਆ, ਦੁਖੀ ਹੁੰਦੇ ਹਨ। ਜੋ ਉਜੜ ਹੈ ਬਿਗੜ ਹੈ ਕਿਸ ਕਾਰਜ। ਤੇ ਜੇ ਕੋਈ ਉਜੜ ਜਾਵੇ, ਕਿਸੇ ਦਾ ਘਰ ਪਟਿਆ ਜਾਵੇ, ਜਾਂ ਕਿਸੇ ਦਾ ਕੋਈ ਕੰਮ ਵਿਗੜ ਜਾਂਦਾ ਜਦੋਂ, ਨਿਜ ਹਿਤ ਤੇ ਚੌਗਣ ਹਰ ਖਾਏ। ਤੇ ਉਹ ਚੌਗਣਾ ਖੁਸ਼ ਹੁੰਦੇ ਆ, ਆਪਦੇ ਵੱਲੋਂ ਚੌਗਣਾ ਖੁਸ਼ ਹੁੰਦੇ, ਜਾਂ ਆਪਦੇ ਹਿੱਤ ਜਿਵੇਂ ਆਪਦਾ ਭਲਾ ਹੋਇਆ ਹੋਵੇ, ਭਾਵ ਆਪਦੇ ਭਲੇ ਤੇ ਉਹਨਾਂ ਖੁਸ਼ ਨਹੀਂ ਹੁੰਦੇ। ਜਿਹੜੇ ਬੇਮੁਖ ਲੋਕ ਹੈ, ਜਿੰਨਾ ਕਿਸੇ ਦੇ ਦੁਖੀ ਹੋਏ ਤੇ ਕਿਸੇ ਦਾ ਘਰ ਪੱਟੇ ਤੇ ਉਜੜੇ ਤੇ ਖੁਸ਼ ਹੁੰਦੇ ਆ। ਛਤਰ ਮਿੱਤਰ ਸਾਮ ਕੋ ਹੋਏ ਆਛੋ। ਚਾਹੇ ਉਹਨਾਂ ਦਾ ਕੋਈ ਮਿੱਤਰ ਹੋਵੇ, ਮਿੱਤਰ ਤਾਂ ਦੂਰ, ਜੇ ਉਹਨਾਂ ਦਾ ਕੋਈ ਦੁਸ਼ਮਣ ਵੀ ਹੋਵੇ ਤਾਂ ਉਹ ਦੁਸ਼ਮਣ ਦਾ ਕਿਤੇ ਚੰਗਾ ਹੋ ਜਾਵੇ। ਵੀ ਭਾਵ ਵੀ ਦੁਸ਼ਮਣ ਦਾ ਚੰਗਾ ਵੇਖ ਕੇ ਤਾਂ ਸੜਨਾ ਹੀ ਸੜਨਾ ਹੈ। ਇਹੋ ਜਿਹੇ ਬੇਮੁਖਾਂ ਦੇ ਕਿਤੇ ਆਪਦੇ ਮਿੱਤਰ ਸਕੇ ਸੰਬੰਧੀ ਦਾ ਵੀ ਜੇ ਭਲਾ ਹੁੰਦਾ ਹੈ। ਪਿਖਤ ਸੁਨਤ ਹੀ ਜਾਰ ਚੜ ਜਾਏ। ਉਹਨਾਂ ਨੂੰ ਆਪਦਿਆਂ ਦਾ ਦੁਸ਼ਮਣ ਦਾ ਭਲਾ ਵੇਖ ਕੇ ਤਾਂ ਉਹਨਾਂ ਨੇ ਮਚਣਾ ਹੀ ਹੈ, ਸੜਨਾ ਹੀ ਹੈ।
ਆਪਦੇ ਸਕੇ ਦਾ ਜਾਂ ਆਪਦੇ ਕਿਸੇ ਪ੍ਰੇਮੀ ਪਿਆਰੇ ਦਾ ਵੀ ਭਲਾ ਹੋਇਆ ਵੇਖਣ ਤੇ ਉਹਨਾਂ ਨੂੰ ਤਾਪ ਚੜ ਜਾਂਦਾ, ਸੜ ਬਲ ਜਾਂਦੇ ਆ। ਜਤਨ ਕਰਹਿ ਅਰ ਬਾਕਣ ਬੋਲਾ ਹੈ। ਫਿਰ ਯਤਨ ਕਰਦੇ ਆ ਵੀ ਇਹਦਾ ਕੰਮ ਬਣਿਆ ਨਾ ਰਹਿ ਜਾਵੇ, ਇਸ ਕਰਕੇ ਭੈੜੇ ਤੋਂ ਭੈੜੇ ਬਚਨ ਬੋਲਦੇ ਆ, ਵਿਘਨ ਪਾਉਂਦੇ ਹਨ। ਜਿਸ ਤੇ ਕਿਸ ਕੋ ਬਿਗੜ ਸੋ ਜਾਏ। ਵੀ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਕੰਮ ਬਣਿਆ ਵਿਗੜ ਜਾਵੇ ਬਸ ਮੇਰੇ ਬੋਲਣ ਨਾਲ। ਫਿਰ ਉਦਮ ਕਰਦੇ ਆ, ਲੱਤਾਂ ਉਡਾਉਂਦੇ ਆ, ਬਹੁਤ ਜ਼ੋਰ ਲਾਉਂਦੇ ਆ ਵੀ ਕਿਸੇ ਦਾ ਬਣਿਆ ਕੰਮ ਵਿਗੜ ਜਾਵੇ। ਸ਼੍ਰੀ ਅਰਜਨ ਕੋ ਸੁਜਾਸ ਈਸ਼ਵਰ ਹਾਂ, ਇਹ ਕਹਿੰਦੇ ਆ ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜੀ ਵਡਿਆਈ ਹੈ ਤੇ ਐਸ਼ਵਰਜ ਜਿਹੜੀ ਵਿਭੂਤੀ ਹੈ, ਸ਼ਾਨੋ ਸ਼ੌਕਤ ਹੈ, ਸਿੱਖਾਂ ਦੁਆਰਾ ਦਿੱਤੀਆਂ ਭੇਟਾਵਾਂ ਹਨ। ਆਦ ਆਤਮਜ ਸਭ ਸੁਖ ਹੀਰ। ਜਿਹੜੇ ਆਤਮਜ ਪੁੱਤਰ ਤੋਂ ਬਾਅਦ ਸਾਰਾ ਕੁਝ ਵੇਖ ਕੇ ਨਾ ਪ੍ਰਿਥੀ ਚੰਦ ਤੂੰ ਦੁਖੀ ਨਾ ਹੋਇਆ ਕਰ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵੱਲ ਵੇਖ ਵੇਖ ਕੇ ਸੜਨਾ ਬੰਦ ਕਰ ਦੇ। ਤੇਰੇ ਛੋਟੇ ਭਰਾ ਲੱਗਦੇ ਆ, ਖੁਸ਼ ਹੋਣਾ ਚਾਹੀਦਾ ਹੈ। ਜਰਹਾ ਨਾ ਜਵਾਰ ਸੋ ਜਰਹਾ ਹਿਰਦੈ ਆਬ। ਹਿਰਦੇ ਵਿੱਚ ਜਰਨਾ ਸਿੱਖ, ਜਿਵੇਂ ਚੜੇ ਤਾਪ ਵਾਂਗੂ ਤਪਦਾ ਹੈ ਨਾ ਬੰਦਾ, ਇਸ ਤਰ੍ਹਾਂ ਤਪਨਾ ਪ੍ਰਿਥੀ ਚੰਦ ਛੱਡ ਦੇ ਮਹਾਰਾਜ ਨੂੰ ਵੇਖ ਕੇ। ਜਰ ਜਰਨ ਗੁਣ ਵੱਡ ਤੇ ਸਕੀਰ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਜਿਹੜਾ ਗੁਣ ਹੈ ਨਾ, ਅਜਰ ਸ਼ਕਤੀ ਨੂੰ ਜਰਨ ਵਾਲੇ ਜੋ। ਕਰਾਮਤ ਸਾਹਿਬ ਸਾਬੋ ਰੀਤਨ। ਤੇ ਸਾਰੀਆਂ ਰੀਤੀਆਂ ਦੇ ਨਾਲ, ਸਭ ਤਰ੍ਹਾਂ ਨਾਲ ਸ਼ਕਤੀਆਂ ਕਰਾਮਾਤਾਂ ਦੇ ਮਾਲਕ ਵੀ ਹਨ। ਨਹੀਂ ਜਨਾਵਤ ਵਿਘਨ ਵਡੇਰ। ਵੱਡੇ ਤੋਂ ਵੱਡਾ ਵਿਘਨ ਵੀ ਪੈ ਜਾਵੇ ਤੇ ਸੱਚੇ ਪਾਤਸ਼ਾਹ ਜੀ ਜਣਾਉਂਦੇ ਨਹੀਂ ਕਦੇ ਕਿਸੇ ਦੇ ਤਾਈ। ਪੁਨਹ ਮੋਰ ਸੋਭ ਭਰਾਤ ਸਹੋਦਰ। ਤੇ ਦੂਜੀ ਗੱਲ, ਸਾਡੇ ਭਰਾ ਲੱਗਦੇ ਆ ਛੋਟੇ, ਅਸੀਂ ਇੱਕੋ ਪੇਟੋਂ ਜੰਮੇ ਹੋਏ ਹਾਂ। ਤੇਸ ਗੁਣ ਤੇ ਗੁਣ ਸਭਨ ਕਨੇਰ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਿੱਚ ਪ੍ਰਿਥੀ ਚੰਦ ਜਿੰਨੇ ਗੁਣ ਹੈ ਨਾ, ਉਹ ਸਾਡੇ ਸਾਰਿਆਂ ਦੇ ਗੁਣਾਂ ਤੋਂ ਵੱਡੇ ਹੈ ਤੇ ਸਭ ਗੁਣੀ ਗਿਆਨੀਆਂ ਨਾਲੋਂ ਵਧੇਕ ਗੁਣ ਹੈ, ਕਨੇਰੇ ਹੈ, ਵੱਡੇ ਹਨ ਸਾਰੇ ਗੁਣਾਂ ਕਰਕੇ। ਠੀਕ ਆ, ਉਮਰ ਕਰਕੇ ਅਸੀਂ ਉਹਨਾਂ ਤੋਂ ਵੱਡੇ ਹਾਂ, ਪਰ ਗੁਣਾਂ ਕਰਕੇ ਜੇ ਵੇਖੀ ਨਾ ਪ੍ਰਿਥੀ ਚੰਦ ਤੇ ਅਰਜਨ ਦੇਵ ਆਪਣੇ ਦੋ ਤੋਂ ਵੱਡੇ ਹੈ। ਵੇਖ, ਅਜਰ ਨੂੰ ਜਰਨ ਵਾਲੇ ਹੈ। ਤੂੰ ਉਹਨਾਂ ਦੇ ਪੁੱਤਰ ਨੂੰ ਕਿੰਨੀ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਵੇਖ ਲਾ ਕਿੰਨੀ ਜਰ ਸ਼ਕਤੀ ਹੈ। ਸਿਰਫ ਤੈਨੂੰ ਸੱਚ ਹੀ ਵਿਖਾਇਆ ਵੀ ਤੂੰ ਐਂ ਕਿਉਂ ਕੀਤਾ। ਹੋਰ ਕਿਸੇ ਦਾ ਕਿਤੇ ਪੁੱਤਰ ਨੂੰ ਕੋਈ ਜ਼ਹਿਰ ਦੇਵੇ ਤੇ ਪ੍ਰਿਥੀ ਚੰਦ ਜਿਉਂਦੇ ਨੂੰ ਮਾਰ ਦੇਣਾ ਸੀ ਉਹਨਾਂ ਨੇ। ਜਰਨ ਵਾਲੇ ਹੈ ਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਭ ਕੁਝ ਜਾਣਦੇ ਆ ਤੇਰੇ ਬਾਰੇ, ਪਰ ਫਿਰ ਵੀ ਜਦੋਂ ਜਾਣਾ ਤੇ ਤੇਰੇ ਗੋਡੀ ਹੱਥ ਲਾਉਂਦੇ ਆ, ਤੇਰੇ ਚਰਨੀ ਪੈਂਦੇ ਆ। ਇਹੋ ਜਿਹੇ ਗੁਣਾਂ ਕਰਕੇ ਸੰਸਾਰ ਇਹਨਾਂ ਦਾ ਸਤਿਕਾਰ ਕਰਦਾ। ਇਹੋ ਜਿਹੇ ਗੁਣਾਂ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਦੋ ਤੋਂ ਵੱਡੇ ਲੱਗਦੇ ਆ, ਵੱਡੇ ਬਣੇ ਹਨ। ਦੋਹਰਾ ਇਮ ਵਿਚਾਰ ਮੇਰੋ ਕਹਿਓ। ਇਸ ਕਰਕੇ ਪ੍ਰਿਥੀ ਚੰਦ ਜਿਹੜਾ ਮੈਂ ਕਿਹਾ ਨਾ ਤੈਨੂੰ ਬਚਨ ਵੀ ਸਿਆਣਾ ਬਣ, ਨਾ ਦਿੱਲੀ ਜਾ, ਗੁਰੂ ਅਰਜਨ ਦੇਵ ਮਹਾਰਾਜ ਦਾ ਅਨਸਾਰੀ ਹੋ ਕੇ ਰਹਿ, ਉਹਨਾਂ ਦੇ ਚਰਨੀ ਲੱਗ ਜਾ, ਮੇਰੀ ਗੱਲ ਮੰਨ ਲੈ। ਮਿਲਹਾ ਵਿਰੋਧ ਵਿਸਾਰ। ਸਤਿਗੁਰਾਂ ਦੇ ਨਾਲ ਮਿਲ ਕੇ ਰਹਿ, ਆਪਦੇ ਮਨ ਵਿੱਚੋਂ ਈਰਖਾ ਛੱਡ ਦੇਣੀ ਕਰ। ਤਿਸ ਤੇ ਗੁਰ ਤਾਲੇਹ ਕਿਮ। ਬਾਕੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਗੁਰਿਆਈ ਦੱਸ, ਤੂੰ ਭਲਾ ਕਿਵੇਂ ਲੈ ਸਕਦਾ ਹੈ। ਕੋ ਬਲ ਕਰਹ ਉਚਾਰ। ਦੱਸ ਮੈਨੂੰ ਤੇਰੇ ਕੋਲ ਕੀ ਹੈ, ਕਿਹੜਾ ਬਲ ਕਰਕੇ ਭਲਾ ਤੂੰ ਗੁਰੂ ਅਰਜਨ ਦੇਵ ਸਾਹਿਬ ਤੋਂ ਗੁਰਤਾ ਲੈ ਸਕਦਾ ਹੈ। ਦੱਸਣਾ ਕਰ ਮੈਨੂੰ ਇੱਕ ਵਾਰੀ। ਸਵਈਆ ਛੰਦ ਸੁਨਤ ਸ਼ਰਣ ਮਹਿ ਪ੍ਰੀਥੀਆ। ਪ੍ਰਿਥੀਆ ਉਚਾਰਤ ਸੁਣ ਕੇ ਨਾ, ਇਹ ਬਾਬਾ ਮਹਾਦੇਵ ਜੀ ਤੋਂ ਕਹਿੰਦੇ ਨਾ, ਦੱਸ ਵੀ ਤੂੰ ਕਿਵੇਂ ਲੈ ਲਏਗਾ ਗੁਰਤਾ ਗੁਰੂ ਅਰਜਨ ਦੇਵ ਸਾਹਿਬ ਤੋਂ। ਪ੍ਰਿਥੀ ਚੰਦ ਬੋਲਿਆ ਹੈ, ਬਾਲ ਬੇਸਾਲ ਸੋਨ ਜਸ ਮੋਜ ਮਾਹੇ। ਕਹਿੰਦਾ ਸੁਣ ਫਿਰ, ਹੇ ਬਾਬਾ ਮਹਾਦੇਵ ਭਰਾ, ਤੂੰ ਕਹਿੰਦਾ ਗੁਰਤਾ ਕਿਵੇਂ ਲੈ ਲਵਾਂਗਾ ਮੈਂ। ਸੁਣ ਮੇਰੇ ਵਿੱਚ ਕਿਹੜਾ ਬਲ ਹੈ, ਕਿਹੜੀ ਤਾਕਤ ਨਾਲ ਮੈਂ ਗੁਰਤਾ ਦੁਬਾਰਾ ਖੋਹ ਲਵਾਂਗਾ ਇਹਨਾਂ ਤੋਂ। ਇਤ ਤੇ ਚੱਲ ਦਿੱਲੀ ਪੁਰ ਪਹੁੰਚਾਂ। ਮੈਂ ਇੱਥੋਂ ਤੁਰਾਂਗਾ ਤੇ ਪਹਿਲਾਂ ਦਿੱਲੀ ਜਾਵਾਂਗਾ। ਸੁਲਹੀ ਸੰਗ ਮਿਲਾਂ ਕਰ ਚਾਹੇ। ਤੇ ਜਹਾਂਗੀਰ ਦਾ ਇੱਕ ਜਰਨੈਲ ਸੁਲਹੀ, ਉਹ ਬਿਨ ਮੇਰਾ ਬੜਾ ਜਿਹੜਾ ਪੁਰਾਣਾ ਤੇ ਸਖਾ ਮਿੱਤਰ ਹੈ, ਬੜਾ ਪ੍ਰੇਮੀ ਮਿੱਤਰ ਹੈ ਮੇਰਾ,
ਜਾ ਕੇ ਮੈਂ ਉਹਦੇ ਨਾਲ ਮਿਲਾਂਗਾ। ਮਿੱਤਰ ਵਿਸਾਲ ਬਲੀ ਸਭ ਲਾਇਕ। ਤੇ ਸਭ ਕਰਕੇ ਯੋਗ ਹੈ, ਮੇਰੀ ਗੱਲ ਸੁਣਦਾ ਹੈ, ਮੰਨਦਾ ਹੈ, ਬੜੇ ਬਲ ਵਾਲਾ ਹੈ, ਫੌਜਾਂ ਦਾ ਜਰਨੈਲ ਕਹਾਉਂਦਾ ਹੈ। ਮੋਹਿ ਕਹੇ ਕਹ ਉਲੰਘਤ ਤੇ ਨਾਹੇ। ਮੇਰੀ ਕਈ ਗੱਲ ਮੋੜਦਾ ਨਹੀਂ, ਮੈਂ ਜਿਵੇਂ ਕਹਿਣਾ ਮੇਰੀ ਗੱਲ ਮੰਨਦਾ ਹੈ। ਉਹ ਸੁਲਹੀ ਜਰਨੈਲ ਜਹਾਂਗੀਰ ਦਾ ਉਸੇ ਤਰ੍ਹਾਂ ਕਰਦਾ ਜਿਵੇਂ ਮੈਂ ਕਹਿੰਦਾ ਹਾਂ। ਕਰ ਹੈ ਮਨੋਰਥ ਪੂਰਨ ਤਤ ਛਿਨ। ਤੇ ਜਿਹੜੀ ਮੈਂ ਜਾ ਕੇ ਉਹਨੂੰ ਆਖਾਂਗਾ ਨਾ, ਜੇ ਵੀ ਮੈਨੂੰ ਗੁਰਿਆਈ ਚਾਹੀਦੀ ਤੇ ਅਰਜਨ ਦੇਵ ਨੂੰ ਜਹਾਂਗੀਰ ਨੂੰ ਕਹਿ ਕੇ ਪਕੜਾ। ਉਹ ਜਹਾਂਗੀਰ ਬਾਦਸ਼ਾਹ ਦੇ ਬਹੁਤ ਨੇੜੇ ਹੈ ਮਹਾਂਦੇਵ। ਤੇ ਮੈਂ ਜਦੋਂ ਜਾ ਕੇ ਦੱਸਿਆ ਨਾ ਸੁਲਹੀ ਨੂੰ ਸਾਰੀ ਗੱਲ ਵੀ ਮੈਨੂੰ ਗੁਰਤਾ ਚਾਹੀਦੀ ਅਰਜਨ ਦੇਵ ਤੋਂ, ਵੇਖੀ ਮੇਰੀ ਗੱਲ ਸਾਰੀ ਮੰਨ ਕੇ ਤੇ ਅਰਜਨ ਦੇਵ ਨੂੰ ਫੜ ਕੇ ਲੈ ਜਾਵੇਗਾ। ਜਹਾਂਗੀਰ ਕੇ ਨਿਕਟ ਸੋ ਜਾਹੇ। ਹਾਂ, ਮੇਰੀ ਗੱਲ ਸੁਣ ਕੇ ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕਰਕੇ ਮੋਹਿ ਕਾਜ ਆਪਨੋ ਹੀ ਜਾਣਹਿ। ਆਪਦਾ ਕੰਮ ਜਾਣ ਕੇ ਮੇਰੇ ਕੰਮ ਨੂੰ ਕਰਵਾ ਦੇਵੇਗਾ। ਆਇਆ ਪ੍ਰਿਥਮੈ ਜਬ ਜਿਸ ਥਾਨ। ਸ਼ਾਇਦ ਤੈਨੂੰ ਪਤਾ ਨਹੀਂ ਹੈ ਬਾਬਾ ਮਹਾਂਦੇਵ, ਇੱਕ ਵਾਰੀ ਮੈਂ ਸੱਦਾ ਭੇਜਿਆ ਸੀ, ਚਿੱਠੀ ਪਾਈ ਸੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮੈਨੂੰ ਖਰਾਬ ਕਰਦੇ ਸੀ। ਉਦੋਂ ਮੈਂ ਚਿੱਠੀ ਪਾਈ ਸੀ ਸੁਲਹੀ ਨੂੰ ਤੇ ਦੌੜਿਆ ਮੇਰੇ ਇੱਕ ਚਿੱਠੀ ਤੇ ਅੰਮ੍ਰਿਤਸਰ ਸਾਹਿਬ ਆ ਗਿਆ ਸੀ। ਇੱਕ ਮੇਰੇ ਹੀ ਕਾਰਨ ਕਰਕੇ। ਵੀ ਹੋਰ ਉਹਨੂੰ ਕੰਮ ਕੋਈ ਨਹੀਂ ਸੀ, ਕੱਲੀ ਮੇਰੀ ਚਿੱਠੀ ਪੜ੍ਹਦਿਆਂ ਸਾਰੀ ਸੁਲਹੀ ਮੇਰਾ ਕੰਮ ਸਵਾਰਨ ਵਾਸਤੇ ਅਰਜਨ ਦੇਵ ਨੂੰ ਫੜਨ ਵਾਸਤੇ ਪਹਿਲਾਂ ਵੀ ਇੱਥੇ ਆਇਆ ਹੋਇਆ ਹੈ। ਸਰਬ ਬ੍ਰਿਤਾਂਤ ਲੀਨ ਤੁਮ ਜਾਨ। ਸਾਰਾ ਬਿਰਤਾਂਤ ਜਾਣ ਲੈ। ਮੈਂ ਚਿੱਠੀ ਪਾਈ ਸੀ ਜਦੋਂ ਇਹ ਵਡਾਲੀ ਗਏ ਹੈ, ਉਹ ਡਰ ਕੇ ਵਡਾਲੀ ਗਏ ਸੀ। ਮੈਂ ਚਿੱਠੀ ਪਾਈ ਤੇ ਦੌੜਿਆ ਫੌਜਾਂ ਸਮੇਤ ਸੁਲਹੀ ਚੜ੍ਹ ਕੇ ਆ ਗਿਆ ਸੀ। ਪੁਰ ਤੇ ਨਿਕਸਿਓ ਬਸਿਓ ਵਡਾਲੀ। ਤੇ ਅਰਜਨ ਦੇਵ ਡਰ ਕੇ ਨਾ ਤੇ ਚਲੇ ਗਏ ਸੀ ਇਧਰ ਵਡਾਲੀ ਵੱਲ ਨੂੰ। ਜਾ ਕੇ ਵਡਾਲੀ ਵਿੱਚ ਵਸ ਗਏ ਸਨ ਹਰਗੋਬਿੰਦ ਸਾਹਿਬ ਦੇ ਅਵਤਾਰ ਤੋਂ ਪਹਿਲਾਂ। ਤਬ ਮੈਂ ਕਹਿਓ ਗਇਓ ਨਿਜ ਥਾਨ। ਤੇ ਫਿਰ ਮੈਂ ਰੋਕਿਆ ਸੀ, ਉਹ ਕਹਿੰਦਾ ਸੀ ਅਸੀਂ ਵਡਾਲੀ ਫੜ ਕੇ ਲੈ ਆਵਾਂਗੇ। ਮੈਂ ਆਖਿਆ ਨਹੀਂ ਸੁਲਹੀ ਭਰਾ ਤਾਂ ਮੇਰੇ ਮਿੱਤਰ, ਹੁਣ ਇੱਕ ਵਾਰੀ ਰਹਿਣ ਦੇ। ਤੇ ਮੈਂ ਇੰਨਾ ਹੀ ਕਿਹਾ ਤੇ ਉਦੋਂ ਹੀ ਵਾਪਸ ਦਿੱਲੀ ਨੂੰ ਮੁੜ ਗਿਆ ਸੀ। ਨ ਹੈ ਕੁਛ ਭਾਖਿਓ ਮੈਂ ਤਾਬ ਰਾਖਿਓ। ਇਹ ਮੇਰੇ ਭਰਾ ਤਾਂ ਮਹਾਂਦੇਵ, ਉਦੋਂ ਮੈਂ ਲਿਹਾਜ਼ ਰੱਖਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਭਰਾਤਾ ਹੋਣ ਦਾ। ਇਹਨਾਂ ਦੀ ਰੱਖਿਆ ਕੀਤੀ, ਮੈਂ ਸੁਲਹੀ ਨੂੰ ਪਿੱਛੇ ਮੋੜ ਦਿੱਤਾ ਸੀ। ਆਬੋ ਕਾਂਖਿਓ ਬੈਰੀ ਮੋਜ ਠਾਨ। ਤੇ ਹੁਣ ਤਾਂ ਉਹ ਮੈਨੂੰ ਵੈਰੀ ਸਮਝਦੇ ਆ ਗੁਰੂ ਅਰਜਨ ਦੇਵ ਜੀ। ਮੈਂ ਵੀ ਉਹਨਾਂ ਦਾ ਵੈਰੀ ਬਣ ਕੇ ਵੈਰੀ ਦੀ ਕਾਂਖਿਓ ਇੱਛਾ ਰੱਖਦਾ। ਜਾਂ ਮੈਨੂੰ ਬਹੁਤ ਤਾੜਦੇ ਆ, ਘੂਰਦੇ ਆ, ਵੈਰੀ ਜਾਣਦੇ ਆ ਗੁਰੂ ਅਰਜਨ ਦੇਵ ਸਾਹਿਬ। ਮੈਨੂੰ ਘਰੇ ਲਿਜਾ ਕੇ ਸੱਦ ਕੇ ਮੇਰੇ ਤੇ ਤੋਹਮਤਾਂ ਲਾਈਆਂ ਇਹਨਾਂ ਨੇ ਵੀ ਤੂੰ ਸਾਡੇ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣਾ ਚਾਹਿਆ। ਉਹ ਮੇਰੇ ਤੇ ਤੋਹਮਤਾਂ ਲਾਉਂਦੇ ਹਨ। ਜਹਾਂਗੀਰ ਸੋ ਕਹੈ ਇੱਕ ਬਾਰੀ। ਇੱਥੋਂ ਦਿੱਲੀ ਜਾ ਕੇ ਮੈਂ ਇੱਕ ਵਾਰੀ ਜਹਾਂਗੀਰ ਨੂੰ ਜ਼ਰੂਰ ਦੱਸਾਂਗਾ। ਪਕੜ ਮੰਗਾਵੈ ਹੈ ਗੋ ਤਤਕਾਲ। ਤੇ ਪਕੜ ਕੇ ਅਰਜਨ ਦੇਵ ਨੂੰ ਭਰਾ ਸਾਡੇ ਨੂੰ ਤੇ ਲੈ ਜਾਣਗੇ ਦਿੱਲੀ, ਉੱਥੇ ਮੇਰੇ ਪਾਸ ਮੰਗਵਾ ਲਵਾਂਗਾ। ਆਪਣੀ ਕਰਾਂ ਕਾਮਨਾ ਪੂਰਨ। ਫਿਰ ਮੈਂ ਗੁਰਤਾ ਲੈਣ ਵਾਲੀ ਆਪਦੀ ਇੱਛਾ ਪੂਰੀ ਕਰਾਂਗੇ ਇਹਨਾਂ ਨੂੰ ਕੈਦ ਕਰਵਾ ਕੇ। ਬਾਹਰ ਬਸੋ ਮੈਂ ਸਦਨ ਸੰਭਾਲ। ਇਹਨਾਂ ਨੂੰ ਮੈਂ ਦਿੱਲੀ ਕੈਦ ਕਰਵਾ ਦਿਆਂਗਾ, ਪਰਿਵਾਰ ਸਾਰੇ ਨੂੰ। ਤੇ ਆਪ ਮੈਂ ਦਿੱਲੀੋਂ ਪਰਿਵਾਰ ਸਮੇਤ ਮੁੜ ਅੰਮ੍ਰਿਤਸਰ ਸਾਹਿਬ ਆ ਕਰਕੇ ਆਪਦੇ ਘਰ ਵਿੱਚ ਵਸਾਂਗਾ ਤੇ ਸਾਰਾ ਕੁਝ ਮੈਂ ਸਾਂਭ ਲਵਾਂਗਾ। ਹਰਿਮੰਦਰ ਸਾਹਿਬ ਤੋਂ ਆਦਿਕ ਗੁਰਤਾ, ਧਨ, ਦੌਲਤ, ਮਹਾਰਾਜ ਦਾ ਘਰ, ਮੈਂ ਸਾਰਾ ਕੁਝ ਸਾਂਭ ਲੈਣਾ ਹੈ। ਯਾਹੀ ਤੇ ਤੁਝ ਕੋ ਆਬ ਭਾਖਾਂ। ਇਸ ਕਰਕੇ ਮੇਰੇ ਭਰਾ ਮਹਾਂਦੇਵ ਮੈਂ ਇੱਕ ਵਾਰੀ ਫੇਰ ਤੈਨੂੰ ਆਖਦਾ ਹਾਂ, ਚੱਲਾ ਸੰਗ ਲੈ ਹੋ ਸੋ ਪਾਦ ਵਿਸਾਲ। ਚੱਲ ਮੇਰੇ ਨਾਲ ਦਿੱਲੀ ਚੱਲ, ਤੈਨੂੰ ਗੁਰਤਾ ਦਵਾ ਦਿਆਂ ਮੈਂ, ਵੱਡੀ ਪਦਵੀ ਪ੍ਰਾਪਤ ਹੋ ਜਾਵੇਗੀ। ਕਰਾਂ ਸਪਥ ਜੇ ਨਹਿ ਵਿਸਾਸ ਜੇ ਹੋਏ। ਮੇਰੇ ਤੇ ਭਰੋਸਾ ਨਹੀਂ ਨਾ ਤੈਨੂੰ ਤੇ ਲੈ ਮੈਂ ਸਹੁੰ ਖਾ ਲੈਣਾ ਹਾਂ, ਕਸਮ ਲੱਗੇ ਮੈਨੂੰ ਜੇ ਮੈਂ ਆਪ ਗੁਰਤਾ ਲਵਾਂ। ਜਹਾਂਗੀਰ ਕੋਲ ਚੱਲ ਮੇਰੇ ਨਾਲ, ਗੁਰਤਾ ਤੈਨੂੰ ਦਵਾਵਾਂਗਾ। ਕਰ ਤਿਆਰੀ ਮਾਰਗ ਪਾਦ ਡਾਲ। ਚੱਲ ਮੇਰੇ ਨਾਲ ਦਿੱਲੀ ਦੇ ਰਸਤੇ ਨੂੰ ਪੈਰ ਪੱਟ ਲੈ, ਮੇਰੀ ਗੱਲ ਮੰਨ ਕੇ ਤਿਆਰੀ ਕਰ ਲੈ ਤੂੰ ਵੀ। ਤੂੰ ਤੁਝ ਘਰ ਲਛਮੀ ਬਿਨਾ ਜਤਨ ਤੇ। ਤੇ ਤੁਹਾਡੇ ਪ੍ਰਿਥੀ ਆਪਣਾ ਮਹਾਦੇਵ ਜੀ,
ਮਾੜਾ ਜਿਹਾ ਸੋਚੋ ਵੀ ਬਿਨਾਂ ਉਦਮ ਕਰਨ ਤੋਂ ਤੁਸੀਂ ਕੁਝ ਨਹੀਂ ਕਰਨਾ, ਬਸ ਮੇਰੇ ਨਾਲ ਇਕੱਲਾ ਦਿੱਲੀ ਜਾਣਾ, ਅੱਗੋਂ ਮੈਂ ਜਾਣਾ, ਮੇਰਾ ਕੰਮ ਜਾਣੇ। ਬਿਨਾਂ ਉਦਮ ਕਰੇ ਤੋਂ ਕੋ ਹੱਥ ਹਿਲਾਏ ਤੋਂ ਤੁਹਾਡੇ ਘਰ ਵਿੱਚ ਲక్ష్ਮੀ ਆ ਰਹੀ ਹੈ। आवत है न है देहो के वार। ਤੇ ਆਓ ਆ ਲੈਣ ਦਿਓ ਲక్ష్ਮੀ ਨੂੰ, ਮੇਰੇ ਨਾਲ ਹੀ ਜਾਣਾ ਹੈ। ਤੇ ਕਿਉਂ ਤੁਸੀਂ ਮੇਰੀ ਗੱਲ ਨਹੀਂ ਮੰਨਦੇ? ਸਮਝੋ ਤੁਹਾਡੇ ਘਰ ਵਿੱਚ ਲక్ష్ਮੀ ਆ ਰਹੀ ਹੈ ਤੇ ਤਖਤੇ ਨਾ ਢੋਵੋ ਲక్ష్ਮੀ ਨੂੰ ਵੇਖ ਕੇ, ਨਾ ਮੈਨੂੰ ਨਾ ਕਰੋ, ਤੁਸੀਂ ਦਿੱਲੀ ਚੱਲੋ ਮੇਰੇ ਨਾਲ। लाभ राज होए चक्र रात को। ਤੇ ਲਾਭ ਬਹੁਤ ਹੋਵੇਗਾ, ਰਾਜ ਭਾਗ ਮਿਲ ਜਾਵੇਗਾ, ਚੱਕਰਵਰਤੀ ਪਾਤਸ਼ਾਹ ਵਾਂਗੂ ਤੁਹਾਡੀ ਠਾਠ ਬਾਠ ਹੋਵੇਗੀ। ग्रहण करत क्या नहीं संभार। ਕਿਉਂ ਤੁਸੀਂ ਗੁਰਤਾ ਗ੍ਰਹਿਣ ਨਹੀਂ ਕਰਦੇ? ਕਿਉਂ ਤੁਹਾਥੋਂ ਮੌਕਾ ਨਹੀਂ ਸੰਭਿਆ ਜਾਂਦਾ ਹੈ? चाहों देश की संगत चल आवे। ਚਾਰ ਦਿਸ਼ਾਵਾਂ ਦੀ, ਦੇਸ਼ਾਂ ਦਸਾਂਤਰਾਂ ਚੋਂ ਸੰਗਤ ਚੱਲ ਚੱਲ ਤੁਹਾਡੇ ਕੋਲ ਆਵੇਗੀ ਜਦੋਂ ਗੁਰੂ ਬਣ ਜਾਵੋਗੇ। पूजै है पाए न दे उपहार। ਤੁਹਾਡੇ ਪੈਰ ਪੂਜਣਗੀਆਂ ਸੰਗਤਾਂ ਤੇ ਕਿਹੜੇ ਕਿਹੜੇ ਅੰਬਾਰ ਲੱਗ ਜਾਇਆ ਕਰਨਗੇ ਧਨ ਦੌਲਤ ਦੇ, ਬੜੀਆਂ ਭੇਟਾਵਾਂ ਮਿਲਣਗੀਆਂ। अपने मन मह समझत क्यों न। ਕਿਉਂ ਨਹੀਂ ਤੁਸੀਂ ਆਪਦੇ ਮਨ ਵਿੱਚ ਮੇਰੀ ਗੱਲ ਨੂੰ ਸਮਝਦੇ ਹੋ? ਚੱਲਣ ਸੰਗ ਮੁਝ ਹੋਵਾ ਤਿਆਰ। ਤੇ ਚੱਲਣ ਵਾਸਤੇ ਮੇਰੇ ਨਾਲ ਤਿਆਰ ਹੋ ਜਾਓ। ਇੱਕ ਵਾਰੀ ਮੇਰੇ ਨਾਲ ਦਿੱਲੀ ਚਲੇ ਜਾਓ, ਉੱਥੇ ਜਾ ਕੇ ਸਭ ਕੰਮ ਮੇਰਾ, ਮੈਂ ਮੁਕੱਦਮਾ ਕਰਾਂਗਾ, ਖਰਚਾ ਧਨ ਵੀ ਮੈਂ ਖਰਚਾਂਗਾ, ਤੁਸੀਂ ਬਸ ਚੁੱਪ ਕਰਕੇ ਆਰਾਮ ਨਾਲ ਬੈਠੇ ਰਹਿਣਾ, ਤੁਹਾਨੂੰ ਗੁਰਤਾ ਮਿਲੇਗੀ। ਇਹ ਪ੍ਰਿਥੀ ਚੰਦ ਕਿਉਂਕਿ ਚਾਹੁੰਦਾ ਹੈ ਵੀ ਹੁਣ ਬਾਬਾ ਮਹਾਦੇਵ ਤਾਂ ਭੋਲੇ ਸੁਭਾਅ ਦੇ ਹੈ ਤੇ ਇਹਨਾਂ ਨੂੰ ਗੁਰਿਆਈ ਦਾ ਲਾਲਚ ਦੇ ਕੇ ਦਿੱਲੀ ਲੈ ਜਾਂਦੇ ਅਰਜਨ ਦੇਵ, ਇਕੱਲੇ ਰਹਿ ਜਾਣਗੇ, ਮੈਂ ਆਪਦੇ ਵੱਲ ਕਰ ਲਵਾਂਗਾ ਤੇ ਮੇਰੇ ਰਾਹ ਵਿੱਚ ਕੋਈ ਰੋੜਾ ਨਹੀਂ ਅਟਕੇਗਾ। ਤੇ ਗੁਰਿਆਈ ਇਹਨਾਂ ਨੂੰ ਮਿਲ ਵੀ ਗਈ, ਇਹਨਾਂ ਤੋਂ ਖੋਹਣੀ ਸੌਖੀ ਕਿਉਂਕਿ ਚੁਸਤ ਹੈ ਨਾ। ਇਹਨੂੰ ਪਤਾ ਹੈ ਵੀ ਬਾਬਾ ਮਹਾਦੇਵ ਜੀ ਵਿਹੰਗਮ ਹਨ, ਭਾਵ ਬੜੇ ਜਤੀ ਹਨ। ਇਹਨਾਂ ਨੇ ਵਿਆਹ ਨਹੀਂ ਕਰਵਾਇਆ, ਇਹਨਾਂ ਦੇ ਘਰੇ ਅੱਗੇ ਔਲਾਦ ਨਹੀਂ ਕੋਈ। ਜੇ ਮਹਾਦੇਵ ਨੂੰ ਗੁਰਿਆਈ ਮੈਂ ਦਵਾ ਦਿੱਤੀ ਜਾਂ ਗੁਰੂ ਬਣਨਗੇ ਤੇ ਇਹ ਗੁਰਤਾ ਗਾਂ ਮੇਰੇ ਪੁੱਤਰ ਆਪਣਾ ਮਿਹਰਬਾਨ ਨੂੰ ਦੇ ਦੇਣਗੇ। ਇਸ ਤਰ੍ਹਾਂ ਦੀ ਸੋਚ ਵਿਚਾਰ ਰੱਖਦਾ ਪ੍ਰਿਥੀ ਚੰਦ, ਜਿਹੜਾ ਤੇਜ ਤਰਾਰ ਤੇ ਬਹੁਤ ਤੀਛਣ ਬਿਰਤੀ ਬੁੱਧੀ ਦਾ ਚਲਾਕ ਚੁਸਤ ਹੈ। ਇਸ ਤਰ੍ਹਾਂ ਦੇ ਜਿਹੜੇ ਹੈ ਉਹ ਲਾਲਚ ਜੇ ਦਿੰਦਾ ਬਾਬਾ ਮਹਾਦੇਵ ਜੀ ਨੂੰ, ਮੇਰੇ ਨਾਲ ਦਿੱਲੀ ਚੱਲੋ, ਸਭ ਕੁਝ ਧਰਿਆ ਧਰਾਇਆ ਮਿਲ ਜਾਵੇਗਾ। ਮਾਨੋ ਤੁਹਾਡੇ ਘਰ ਲక్ష్ਮੀ ਆਉਂਦੀ ਹੈ, ਬਾਬਾ ਮਹਾਦੇਵ ਜੀ ਲక్ష్ਮੀ ਵੇਖ ਕੇ ਦਰਵਾਜ਼ੇ ਨਾ ਢੋਵੋ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਧੰਨ ਬਾਬਾ ਮਹਾਦੇਵ ਜੀ ਕਹਿੰਦੇ ਨਹੀਂ, ਮੈਂ ਗੁਰਤਾ ਕੀ ਲੈਣੀ ਹੈ, ਤੂੰ ਹੀ ਲੈ ਲੈ। ਤੇ ਫਿਰ ਆਖਿਆ ਵੀ ਪ੍ਰਿਥੀ ਚੰਦ ਗੁਰਿਆਈ ਤਾਂ ਲੈ ਲਏਗਾ, ਜਦੋਂ ਸਿੱਖਾਂ ਨੇ ਅਰਦਾਸ ਕੀਤੀ ਤੇ ਸਿੱਖਾਂ ਦੇ ਮਨ ਦੀ ਕਿਵੇਂ ਬੁੱਝੇਗਾ? ਤੇਰੇ ਤਾਂ ਪੱਲੇ ਕੱਖ ਨਹੀਂ। ਫਰਜ਼ ਕਰੋ ਜੇ ਮੈਂ ਵੀ ਗੁਰਤਾ ਲੈ ਲੈਣਾ। ਬਾਬਾ ਮਹਾਦੇਵ ਜੀ ਫਿਰ ਕਹਿੰਦੇ, ਉਹ ਕੱਲ੍ਹ ਦੇ ਦੀਵਾਨ ਵਿੱਚ ਅੱਗੇ ਪ੍ਰਸੰਗ ਆਵੇਗਾ ਵੀ ਜੇ ਮੰਨ ਲਓ ਮੈਂ ਵੀ ਗੁਰਤਾ ਲੈ ਲੈਣਾ, ਜਾਂ ਤੂੰ ਇੱਕ ਸਮੇਂ ਤੈਨੂੰ ਮਿਲ ਗਈ, ਮੈਨੂੰ ਮਿਲ ਗਈ, ਪਰ ਜਦੋਂ ਸਿੱਖ ਅਰਦਾਸ ਕਰਿਆ ਕਰਨਗੇ ਤੇ ਕੀ ਬੁੱਝਾ ਕਰਾਂਗੇ? ਉਹਨਾਂ ਦੀ ਅਰਦਾਸ ਕਿਵੇਂ ਪੂਰੀ ਕਰਾਂਗੇ? ਨਾ ਤੇਰੇ ਕੋਲ ਕੁਝ ਹੈ ਤੇ ਨਾ ਮੇਰੇ ਕੋਲ ਕੁਝ। ਜਦੋਂ ਕਰਾਮਾਤ ਵਿਖਾਉਣ ਦਾ ਵੇਲਾ ਆਇਆ, ਕਿਤੇ ਦੂਰ ਬੈਠੇ ਸਿੱਖ ਨੇ ਬੇਨਤੀ ਕਰ ਦਿੱਤੀ ਵੀ ਮਹਾਰਾਜ ਮੇਰੀ ਅਰਦਾਸ ਸੁਣੋ, ਮੇਰੀ ਲਾਜ ਰੱਖੋ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਬੜਿਆਂ ਦੀ ਲਾਜ ਰੱਖ ਲੈਂਦੇ, ਆਪਾਂ ਕਿਹਦੀ ਰੱਖਾਂਗੇ? ਫਿਰ ਕਿੱਥੋਂ ਲਿਆਵੇਂਗਾ ਕਰਾਮਾਤਾਂ? ਕੁਝ ਸਮੇਂ 'ਚ ਹੀ ਸੰਗਤਾਂ ਵਿੱਚ ਪਰਦਾ ਉਗੜ ਕੇ ਅੱਗੇ ਆ ਜਾਣਾ। ਪ੍ਰਿਥੀ ਚੰਦ ਰਹਿਣ ਦੇ ਆਪਣੇ ਵਿੱਚ ਉਹ ਸ਼ਕਤੀ ਨਹੀਂ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਬਿਰਾਜ ਰਹੀ ਹੈ। ਗੁਰੂ ਕਿਸੇ ਰਾਜੇ ਦੇ ਦਬਾਅ ਨਾਲ, ਬਲ ਨਾਲ ਨਹੀਂ ਬਣਿਆ ਜਾਂਦਾ ਹੈ, ਤਾਂ ਪਰਮੇਸ਼ਰ ਆਪ ਹੀ ਰੂਪ ਧਾਰ ਕੇ ਸੰਸਾਰ ਤੇ ਆਉਂਦਾ, ਪਰ ਤੈਨੂੰ ਇਸ ਗੱਲ ਦੀ ਮੱਤ ਨਹੀਂ ਪੈਂਦੀ। ਇਸ ਤਰ੍ਹਾਂ ਦੇ ਬਚਨ ਬਾਬਾ ਮਹਾਦੇਵ ਜੀਆਂ ਬੜੇ ਸਮਝਾਏ। ਪ੍ਰਿਥੀ ਚੰਦ ਨਾ ਮੰਨਿਆ। ਬਾਬਾ ਫਿਰ ਮਹਾਦੇਵ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪਹੁੰਚੇ, ਦੱਸਿਆ ਵੀ ਮਹਾਰਾਜ ਉਹ ਪ੍ਰਿਥੀ ਚੰਦ ਤਾਂ ਕੁਝ ਕਰਦਾ ਫਿਰਦਾ, ਤੋ ਮੇਰੇ ਕਹੇ ਤੇ ਰੋਕਿਆ ਨਹੀਂ, ਬਹੁਤ ਸਮਝਾਇਆ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਦੱਸਿਆ ਕਿ ਇਹ ਮਹਾਰਾਜ ਕਹਿੰਦੇ ਵੀ ਉਹ ਤਾਂ ਦਰ ਜਿਹੜਾ ਨਾ ਬਾਦਸ਼ਾਹ ਦਾ, ਉਹ ਤਾਂ ਆਪ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਬਾਬਰ ਵਰਗੇ ਪੈਂਦੇ ਰਹੇ ਆ, ਤੇ ਪ੍ਰਿਥੀ ਚੰਦ ਇਸ ਘਰ ਦਾ ਕੀ ਵਿਗਾੜ ਲਵੇਗਾ? ਇਸ ਤਰ੍ਹਾਂ ਬਾਬਾ ਮਹਾਦੇਵ ਨੂੰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਤਸੱਲੀ ਦਿੱਤੀ ਵੀ ਜਾਣਦੇ ਜਾਂਦੇ ਤਾਂ ਕੋਈ ਨਾ, ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਰਾਖੇ ਹਨ, ਸਾਨੂੰ ਕੋਈ ਚਿੰਤਾ ਨਹੀਂ, ਨਾ ਕਿਸੇ ਦਾ ਭੈ ਹੈ।
ਤੋ ਇਸ ਤਰ੍ਹਾਂ ਦਾ ਅੱਗੇ ਸਾਧ ਸੰਗਤ ਜੀ ਫਿਰੇ ਦਿੱਲੀ ਨੂੰ ਚੜ੍ਹ ਕੇ ਉੱਥੇ ਹੀ ਰਹਿਣ ਲੱਗਿਆ ਪ੍ਰਿਥੀ ਚੰਦ। ਜਿਵੇਂ ਉੱਥੇ ਬਹੁਤ ਇਹਨੇ ਫਿਰ ਉੱਥੋਂ ਦੇ ਅਮੀਰ ਵਜ਼ੀਰ ਵੱਲ ਕੀਤੇ, ਸੁਲਹੀ ਨੂੰ ਚੜ੍ਹਾ ਕੇ ਲਿਆਉਣਾ। ਹੌਲੀ ਹੌਲੀ ਫਿਰ ਜਦੋਂ ਨਾ ਹੀ ਗੱਲ ਬਣੀ, ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਾਉਣ ਵਿੱਚ ਪ੍ਰਿਥੀ ਚੰਦ ਦਾ ਬਹੁਤ ਵੱਡਾ ਹੱਥ ਹੋਇਆ। ਚੰਦੂ ਦੀ ਈਰਖਾ, ਪ੍ਰਿਥੀ ਚੰਦ ਦਾ ਹੱਥ ਹੋਣਾ, ਪ੍ਰਿਥੀ ਚੰਦ ਦੀ ਈਰਖਾ, ਉਹ ਸਾਰਾ ਹੀ ਪ੍ਰਸੰਗ ਧੀਰੇ ਧੀਰੇ ਆਵੇ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਜਿਵੇਂ ਜਿਵੇਂ ਜਵਾਨ ਹੁੰਦੇ ਗਏ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਜਸ, ਸੋਭਾ, ਵਡਿਆਈ ਗਾਉਂਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਲੈਣਾ। ਸਤਿਗੁਰੂ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ। ਆਪ ਜੀ ਕੇ ਦਰ ਹਾਜ਼ਰੇ ਸਤਿਗੁਰੂ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਚਾਹਾਂ ਦੇਸ਼ ਕੀ ਸੰਗਤ ਚੱਲ ਆਵਹਿ, ਪੂਜੈ ਪਾਇਨ ਦੇ ਉਪਹਾਰ। ਆਪਣੇ ਮਨ ਮਹਿ ਸਮਝਤ ਕਿਉ ਨਹਿ, ਚੱਲਣ ਸੰਗ ਮੁਝ ਹੋਵਾ ਤਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।